गुरमुख करम प्रधान। गुरमुख जप तप संजमी, हर कै नाम प्यार। गुरमुख सदा ध्याइयै, एक नाम करतार। नानक नाम ध्याइयै, सबना जीआं का आधार। ਸ੍ਰੀ ਰਾਗ ਮਹਲਾ ਤੀਜਾ। ਭਾਵਅਰਥ। ਗੁਰਮੁਖਾਂ ਦਾ ਜੋ ਵਾਹਿਗੁਰੂ ਦੇ ਨਾਮ ਨਾਲ ਪਿਆਰ ਹੈ ਅਤੇ ਕਰਤਾਰ ਦੇ ਇੱਕੋ ਗੁਰਮਤਿ ਨਾਮ ਨੂੰ ਜੋ ਪਿਆਰ ਨਾਲ ਦਿਨ ਰਾਤ ਗੁਰਮੁਖਾਂ ਦਾ ਧਿਆਵਣਾ ਹੈ, ਇਹੀ ਗੁਰਮੁਖ ਜਨਾਂ ਦਾ ਜਪ ਤਪ ਸੰਜਮੀ ਕਰਮ ਹੈ। ਗੁਰਮਤਿ ਨਾਮਮਈ ਅਭਿਆਸ ਕਮਾਈਆਂ ਹੀ ਗੁਰਮੁਖ ਜਨਾਂ ਦੇ ਤਪ ਹਨ। ਇਹੀ ਅਭਿਆਸ ਕਮਾਈਆਂ ਹੀ ਸੱਚੇ ਸੰਜਮ ਹਨ ਗੁਰਮੁਖ ਜਨਾਂ ਦੇ। ਗੁਰੂ ਨਾਨਕ ਦੇ ਘਰ ਦਾ ਬਖਸ਼ਿਆ ਹੋਇਆ ਗੁਰਮੁਖ ਨਾਮ ਵਾਹਿਗੁਰੂ, ਜਿਹੜੇ ਗੁਰੂ ਨਾਨਕ ਦੇ ਬਖਸ਼ੇ ਹੋਏ ਗੁਰਮੁਖ ਜਨ ਧਿਆਉਂਦੇ ਹਨ, ਉਹਨਾਂ ਦੇ ਜੀਵ ਆਤਮਾਵਾਂ ਦਾ ਆਧਾਰ ਆਸਰਾ ਰੂਪ ਹੋ ਜਾਂਦਾ ਹੈ। ਗੁਰਮੁਖ ਨਾਮ ਰੂਪੀ ਅਭਿਆਸ ਕਰਮ ਹੀ ਸਭਨਾ ਨਾਮ ਜਪਣ ਵਾਲੀਆਂ ਰੂੜੀਆਂ ਦਾ ਜੀਵਨ ਆਧਾਰ ਬਣ ਜਾਂਦਾ ਹੈ, ਜਿਸ ਦੇ ਤੁਲ ਨਾ ਕੋਈ ਹੋਰ ਕਰਮ ਹੈ ਨਾ ਧਰਮ। ਗੁਰਮੁਖ ਕਰਮ ਕਮਾਵੈ ਬਿਗਸੈ, ਹਰ ਬੈ ਰਾਗ ਆਨੰਦ। ਅਹਨਿਸ ਭਗਤ ਕਰੇ ਦਿਨ ਰਾਤੀ, ਹਉਮੈ ਮਾਰ ਨਿਚਿੰਦ। ਵੱਡਾ ਭਾਗ ਸਤ ਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਸ੍ਰੀ ਰਾਗ ਮਹਲਾ ਤੀਜਾ। ਭਾਵ ਗੁਰੂ ਘਰ ਦੇ ਨਾਮ ਅਭਿਆਸੀ ਗੁਰਮੁਖ ਜਨ ਦਾ ਅਹਨਿਸ ਦਿਨੇ ਰਾਤ ਨਾਮ ਅਭਿਆਸ ਭਗਤੀ ਰੂਪੀ ਕਰਮ ਕਮਾਈ ਜਾਣਾ ਉਸ ਨੂੰ ਸਦਾ ਸਦਾ ਆਤਮ ਖੇੜੇ ਵਿਗਸਾਓ ਵਿੱਚ ਰੱਖਦਾ ਹੈ। ਗੁਰਮੁਖ ਜਨ ਦਾ ਨਾਮ ਅਭਿਆਸ ਕਰਮ ਵਾਹਿਗੁਰੂ ਦੇ ਸੱਚੇ ਵੈਰਾਗ ਆਨੰਦ ਦਾ ਉਪਜਾਵਣ ਹਾਰਾ ਹੈ। ਇਹ ਸੱਚੇ ਵੈਰਾਗ ਆਨੰਦੀ ਖੇੜੇ ਵਿੱਚ ਗੁਰਮੁਖ ਨਾਮ ਅਭਿਆਸੀ ਜਨ ਹਉਮੈ ਨੂੰ ਮਾਰ ਕੇ ਨਿਰਾਹੀ ਚਿੰਤਾ ਰਹਿਤ ਹੋ ਜਾਂਦਾ ਹੈ। ਆਨਮਤ ਕਰਮ ਕਰਨ ਹਾਰੇ ਸਦਾ ਹੀ ਸੜੇ ਬੁੱਝੇ ਕ੍ਰਿਝੇ ਰਹਿੰਦੇ ਹਨ। ਤਿਨਾਂ ਦਾ ਵੈਰਾਗ ਐਵੇਂ ਗਦਾ ਵੈਰਾਗ ਹੀ ਹੁੰਦਾ ਹੈ। ਤਿਨਾਂ ਦਾ ਆਨੰਦ ਵੀ ਇੱਕ ਕਹਿਣ ਮਾਤਰ ਆਨੰਦ ਹੁੰਦਾ ਹੈ। ਸਗੋਂ ਆਨਮਤ ਜਪਾਂ ਤਪਾਂ ਸੰਜਮ ਕਿਰਿਆਵਾਂ ਵਾਲੇ ਹਠ ਕਰਮੀ ਪੁਰਸ਼ ਕ੍ਰੋਧੀ ਅਤੇ ਹੰਕਾਰੀ ਹੋ ਜਾਂਦੇ ਹਨ, ਜਿਸ ਕਰਕੇ ਉਹਨਾਂ ਨੂੰ ਸੱਚੇ ਸੁਖ ਆਨੰਦ ਦੀ ਕਦੇ ਪ੍ਰਾਪਤੀ ਹੀ ਨਹੀਂ ਹੁੰਦੀ। ਹਉਮੈ ਅੰਦਰ ਹੀ ਉਹ ਕਰਮ ਕਮਾਉਂਦੇ ਹਨ ਅਤੇ ਹਉਮੈ ਹੀ ਉਹਨਾਂ ਦੇ ਪੱਲੇ ਪੈਂਦੀ ਹੈ। ਹਠ ਕਰਮੀ ਕਪਟ ਕ੍ਰਿਜਤਾ ਹੀ ਉਹਨਾਂ ਉੱਤੇ ਸਦਾ ਪ੍ਰਬਲ ਰਹਿੰਦੀ ਹੈ। ਗੁਰਮੁਖ ਨਾਮ ਕਰਮ ਪ੍ਰਧਾਨੀਆਂ ਦਾ ਐਸਾ ਕਰਮ ਖੁੱਲ੍ਹਦਾ ਹੈ ਕਿ ਉਹਨਾਂ ਨੂੰ ਗੁਰੂ ਨਾਨਕ ਦੇ ਘਰ ਦੀ ਸਤ ਸੰਗਤ ਸਦਾ ਪ੍ਰਾਪਤ ਰਹਿੰਦੀ ਹੈ। ਆਦ ਅੰਤ ਮੱਧ ਵਿਵਸਥਾ ਉਹਨਾਂ ਦੀ ਸਦਾ ਸਤ ਸੰਗਤ ਰੰਗ ਰੱਤੀ ਹੀ ਰਹਿੰਦੀ ਹੈ। ਓੜਕ ਗੁਰਮੁਖ ਪ੍ਰਧਾਨੀਆਂ ਨੂੰ ਵਾਹਿਗੁਰੂ ਦੇ ਸਰੂਪ ਦੀ ਲੀਨਤਾ ਹੋ ਜਾਣ ਕਰਕੇ ਸਹਿਜ ਆਨੰਦ ਦਾ ਸਦ ਸਦਾ ਵਸੇਬਾ ਮਿਲ ਜਾਂਦਾ ਹੈ। ਜਾਂ ਫਿਰ ਜਾਣੈ ਆਪਣਾ ਤਨ ਮਨ ਅੱਗੇ ਧਰੇ, ਸੁਹਾਗਣੀ ਕਰਮ ਕਮਾਉਂਦੀਆਂ ਸਹੀ ਕਰਮ ਕਰੇ। ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਸ੍ਰੀ ਰਾਗ ਮਹਲਾ ਤੀਜਾ। ਭਾਵ ਪਿਰੀ ਪ੍ਰੀਤਮ ਪਰਮਾਤਮਾ ਦੀ ਜਿਨ੍ਹਾਂ ਨੂੰ ਸੱਚੀ ਜਾਣਕਾਰੀ ਪ੍ਰੇਮ ਲਗਨ ਲੱਗ ਜਾਂਦੀ ਹੈ, ਜਿਨ੍ਹਾਂ ਨੂੰ ਗੁਰੂ ਦੁਆਰੇ ਗੁਰ ਦੀਖਿਆ ਪ੍ਰਾਪਤ ਹੋਣ ਕਰਕੇ ਪ੍ਰੇਮ ਪਿਆਰੇ ਪਰਮਾਤਮਾ ਦੀ ਗਿਆਨ ਪ੍ਰਚੰਡਣੀ ਝਲਕ ਝਲਕਰਨ ਹੋ ਜਾਂਦੀ ਹੈ, ਉਹ ਤਾਂ ਫਿਰ ਮਨੋ ਤਨੋ ਹੋ ਕੇ ਚਿੱਤੋਂ ਨਾਮ ਅਭਿਆਸ ਕਮਾਈਆਂ ਵਿੱਚ ਜੁਟ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਸੱਚੀ ਸ਼ਰਧਾ ਭਾਵਨੀ ਪਰਮਾਤਮਾ ਦੇ ਜਲਵੇ ਦੀ ਪ੍ਰਾਪਤ ਹੋ ਚੁੱਕੀ ਹੁੰਦੀ ਹੈ। ਉਹ ਸੱਚੇ ਸੁਹਾਗਵੰਤਿਆਂ ਵਾਲੇ ਕਰਮ ਕਮਾਉਣ ਵਿੱਚ ਤਤਪਰ ਹੋ ਜਾਂਦੇ ਹਨ। ਗੁਰਮੁਖ ਨਾਮ ਸੁਹਾਗ ਰੂਪੀਆਂ ਵਾਲੇ ਤਿਨਾਂ ਦੇ ਕਰਮ ਸੁਤੇ ਸੁਭਾਵਤ ਹੀ ਆਰੂੜ ਹੋ ਜਾਂਦੇ ਹਨ। ਜਿਨ੍ਹਾਂ ਨੂੰ ਸੱਚਾ ਸੁਹਾਗ ਭਾਗ ਗੁਰਮਤਿ ਨਾਮ ਦੀ ਗੁਰਦੀਖਿਆ ਦੀ ਜਾਗ ਲੱਗਣ ਪਰ ਪ੍ਰਾਪਤ ਹੋ ਜਾਂਦਾ ਹੈ, ਉਹ ਨਾਮ ਅਭਿਆਸ ਅਨੁਰਾਗ ਦੇ ਪਰਮ ਪ੍ਰੇਮੀ ਹੋ ਜਾਂਦੇ ਹਨ। ਪਰਮਾਰਥ ਦਾ ਸਜਰਾ ਸੁਹਾਗ ਭਾਗ ਪ੍ਰਾਪਤ ਹੋਣ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹਨਾਂ ਦਾ ਨਾਮ ਅਭਿਆਸ ਖੰਡਾ ਜ਼ੋਰੋ ਜ਼ੋਰ ਆਪ ਖੁਦਰਾ ਹੀ ਖੜਕਣ ਲੱਗ ਪੈਂਦਾ ਹੈ। ਤਿਨਾਂ ਨੂੰ ਨਾਮ ਅਭਿਆਸ ਰੂਪੀ ਗੁਰਮੁਖ ਕਰਮ ਕਰਨ ਦੀ ਟੇਵ ਹੀ ਪੈ ਜਾਂਦੀ ਹੈ। ਉਹ ਸਦਾ ਖੰਡਾ ਨਾਮ ਖੜਕਾਈ ਜਾਣਦੇ ਮਹਿ ਲੈਵੀਏ ਹੋ ਜਾਂਦੇ ਹਨ। ਉਠਤ ਬੈਠਤ ਸੋਵਤ ਜਾਗਤ ਨਾਮ ਅਭਿਆਸ ਕਮਾਈ ਕਰੀ ਹੀ ਜਾਂਦੇ ਹਨ। ਤਿਨਾਂ ਸੁਹਾਗਵੰਤੇ ਗੁਰਮੁਖ ਨਾਮ ਕਰਮਾਸੀਆਂ ਸਹਿਜ ਅਭਿਆਸੀਆਂ ਨੂੰ ਪਹਿਲੇ ਹੀ ਸੱਚੇ ਵਾਹਿਗੁਰੂ ਦਾ ਮਿਲਾਪ ਸਹਿਜ ਮਿਲਾਵੜਾ ਹੋ ਜਾਂਦਾ ਹੈ। ਸੱਚੜਾ ਗੁਰਮੁਖ ਨਾਮ ਅਭਿਆਸ ਕਰਮ ਇਸ ਸੱਚੜੇ ਮਿਲਾਪ ਦੀ ਸੱਚ ਵਡਿਆਈ ਮਿਲਣ ਦਾ ਕਾਰਨ ਹੋ ਜਾਂਦਾ ਹੈ। ਐਸੇ ਪ੍ਰਧਾਨ ਗੁਰਮੁਖ ਕਰਮ ਦੇ ਸਾਹਮਣੇ ਹੋਰ ਸਾਰੇ ਕਰਮ ਹੇਛ ਹਨ। ਸੁਹਾਗਣੀ ਕਿਆ ਕਰਮ ਕਮਾਇਆ, ਪੂਰਬ ਲਿਖਿਆ ਫਲ ਪਾਇਆ। ਨਦਰ ਕਰੇ ਕਹਿ ਆਪਣੀ, ਆਪੇ ਲਏ ਮਿਲਾਏ ਜਿਉ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਿਨ ਅੰਤਰ ਸ਼ਬਦ ਵਸਾਇਆ। ਸਈਆਂ ਸੇ ਸੁਹਾਗਣੀ, ਜਿਨ ਸ਼ਹਿ ਨਾਲ ਪਿਆਰ ਜਿਉ। ਜਿਨ੍ਹਾਂ ਭਾਣੇ ਕਾ ਰਸ ਆਇਆ,
ਤਿਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਐ, ਜੋ ਸਭ ਸਹਿ ਲਏ ਮਿਲਾਏ ਜਿਉ। ਸਤਿਗੁਰ ਮਿਲਿਆ ਜਾਣੀਐ, ਜਿਤ ਮਿਲਿਆ ਨਾਮ ਵਖਾਣੀਐ, ਸਤਿਗੁਰ ਬਾਝ ਨਾ ਪਾਇਓ, ਸਭ ਥੱਕੀ ਕਰਮ ਕਮਾਏ ਜਿਉ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ। ਭਾਵਅਰਥ: ਜਿਨ੍ਹਾਂ ਸੁਹਾਗਵੰਤੀਆਂ ਸੁਹਾਗਣੀਆਂ ਨੂੰ ਸੁਤੇ ਸਹਿਜ ਹੀ ਨਾਮ ਸੱਚਾ ਸੁਹਾਗ ਭਾਗ ਪ੍ਰਾਪਤ ਹੋ ਜਾਂਦਾ ਹੈ, ਉਹ ਨਾਮ ਰੂਪੀ ਸੱਚੇ ਗੁਰਮੁਖ ਕਰਮ ਕਰਨ ਵਿੱਚ ਨਿਰਯਤਨ ਹੀ ਲੱਗ ਪੈਂਦੇ ਹਨ। ਐਸਾ ਸੁਹੇਲਾ ਕਰਮ ਕਰਨ ਉਹ ਇਉਂ ਲੱਗ ਪੈਂਦੇ ਹਨ, ਇਸ ਕਰਕੇ ਕਿ ਉਹਨਾਂ ਦੇ ਪੂਰਬਲੇ ਕਰਮ ਦੀ ਲਿਖਤ ਕਮਾਈ ਹੀ ਇਹੋ ਜਿਹੀ ਹੁੰਦੀ ਹੈ ਕਿ ਉਹਨਾਂ ਨੂੰ ਪੂਰਬਲੇ ਕਰਮਾਂ ਦਾ ਫਲ, ਸ਼ੁਭ ਫਲ, ਗੁਰਮੁਖ ਨਾਮ ਕਰਮ ਕਮਾਈ ਦੀ ਪ੍ਰਧਾਨਤਾ ਹੀ ਮਿਲ ਜਾਂਦੀ ਹੈ। ਇਹ ਗੁਰਮੁਖ ਪ੍ਰਧਾਨ ਕਰਮ ਤਿਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਉੱਪਰ ਪੂਰਬਲੇ ਕਰਮਾਂ ਦੀ ਮਿਹਰਮਤ ਕਰਕੇ ਵਾਹਿਗੁਰੂ ਦੀ ਆਪਣੀ ਨਿਜ ਨਦਰ ਮਿਹਰ ਪ੍ਰਾਪਤ ਹੋਏ ਆਉਂਦੀ ਹੈ। ਨਦਰ ਨਿਹਾਲੂ ਪਿਤਾ ਪ੍ਰੀਤਮ ਆਪੇ ਹੀ ਤਿਨਾਂ ਨੂੰ ਗੁਰਮੁਖ ਨਾਮ ਪ੍ਰਧਾਨ ਕਰਮ ਵਿੱਚ ਤਤਪਰ ਹੋਏ ਕਹਿ ਲਾਏ ਲੈਂਦਾ ਹੈ। ਨਾਮ ਜਪਾਏ ਕੇ ਨਾਮ ਅਭਿਆਸ ਅਤੁੱਟ ਕਮਾਈ ਕਰਾ ਕੇ ਆਪਣੇ ਸਰੂਪ ਵਿੱਚ ਆਪ ਮਿਲਾਏ ਲੈਂਦਾ ਹੈ। ਹੁਕਮੀ ਵਾਹਿਗੁਰੂ ਦਾ ਹੁਕਮ ਸੱਚੜਾ ਸੱਚਾ ਹੁਕਮ ਮੰਨਣਾ, ਆਪੋ ਮੰਨਣਾ ਅਤੀ ਕਠਨ ਹੈ। ਆਪੇ ਹੀ ਆਪਣੀ ਕਿਰਪਾ ਕਰ ਹੁਕਮ ਮਨਾਉਂਦਾ ਹੈ। ਹੁਕਮਾਂ ਸਿਰ ਹੁਕਮ ਨਾਮ ਜਪਣਾ, ਨਾਮ ਅਭਿਆਸ ਕਮਾਈ ਕਰਨਾ ਹੈ। ਜਿਨ੍ਹਾਂ ਨੇ ਉਸ ਹੁਕਮ ਦੀ ਨਾਮ ਅਭਿਆਸ ਕਮਾਈਆਂ ਕਰਨ ਵਾਲੇ ਕਰਮ ਦੀ ਤਾਮੀਲ ਕੀਤੀ ਹੈ, ਤਿਨਾਂ ਦੇ ਅੰਤਰਾਤਮੇ ਰਸ ਜੋਤ ਰਸਯੋਗੀ ਨਾਮ ਵਸਣ ਕਰ ਤਿਨਾਂ ਨੂੰ ਹੁਕਮ ਰੂਪੀ ਭਾਣੇ ਦਾ ਸੱਚਾ ਰਸ ਮਨ ਬਚਨ ਕਰਮ ਕਰਕੇ ਆਇਆ ਹੈ। ਤਿਨਾਂ ਭਾਣੇ ਦੇ ਰਸੀੜੇ ਗੁਰਮੁਖ ਸ਼ਬਦ ਵਿਗਾਸੀਆਂ ਦੇ ਅੰਦਰੋਂ ਅਸ਼ਰਧਾਮਈ ਭਰਮ ਭਰਾਂਤ ਸਭ ਮਿਟ ਜਾਂਦਾ ਹੈ। ਭਾਣੇ ਦੇ ਰਸਕ ਵੈਰਾਗੀ ਸ਼ਰਧਾਲੂ ਜਨ ਭਾਵੇਂ ਕਿਸੇ ਜਾਤ ਪਾਤੀ ਵਿੱਚੋਂ ਹੋਣ, ਸਤਿਗੁਰੂ ਸੱਚਾ ਪਾਤਸ਼ਾਹ ਸਭ ਕਿਸੇ ਨੂੰ ਆਪਣੇ ਨਾਲ ਆਪਣੀ ਸਤਸੰਗਤ ਨਾਲ ਮਿਲਾਏ ਲੈਂਦਾ ਹੈ। ਇਹੋ ਸੱਚੇ ਸਤਿਗੁਰੂ ਦੀ ਸੱਚੀ ਨਿਸ਼ਾਨੀ ਹੈ। ਸਤਿਗੁਰੂ ਦੇ ਸੱਚ ਮਿਲਾਪ ਦੀ ਸੱਚੜੀ ਨਿਸ਼ਾਨੀ ਇਹ ਹੈ, ਜਿਸ ਦੇ ਮਿਲਾਪ ਕਰ ਨਾਮ ਅਭਿਆਸ ਦਾ ਫਿਲ ਫੌਰਾ ਤੋਰਾ ਤੁਰ ਪਵੇ ਅਤੇ ਨਾਮ ਲਿਵਤਾਰ ਲੱਗ ਜਾਵੇ। ਜਿਨ੍ਹਾਂ ਦਾ ਨਾਮ ਅਭਿਆਸ ਰੂਪੀ ਤੋਰਾ ਨਹੀਂ ਤੁਰਿਆ ਅਤੇ ਨਾਮ ਦੀ ਕਮਾਈ ਰੂਪੀ ਬਰਕਤ ਜਿਨ੍ਹਾਂ ਉੱਤੇ ਨਹੀਂ ਨਾਜ਼ਲ ਹੋਈ, ਉਹਨਾਂ ਨੂੰ ਸਮਝੋ ਕਿ ਸਤਿਗੁਰੂ ਦੀ ਪ੍ਰਾਪਤੀ ਹੀ ਨਹੀਂ ਹੋਈ। ਅੰਮ੍ਰਿਤ ਛਕ ਕੇ ਵੀ ਜਿਹੜੇ ਨਾਮੋਂ ਸਖਣੇ ਫਿਰਦੇ ਹਨ, ਉਹਨਾਂ ਨੇ ਗੁਰਮਤ ਮਰਿਆਦਾ ਪੂਰਵਕ ਸਤਿਗੁਰੂ ਨੂੰ ਧਾਰਨ ਹੀ ਨਹੀਂ ਕੀਤਾ। ਤਿਨਾਂ ਨੂੰ ਗੁਰੂ ਵਰੋਸਾਏ ਨਾਮ ਕਮਾਈਆਂ ਵਾਲੇ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਣ ਅਤੇ ਨਾਮ ਜਪਣ ਦੀ ਦਾਤ ਹੀ ਪ੍ਰਾਪਤ ਨਹੀਂ ਹੋਈ। ਪੰਜਾਂ ਪਿਆਰਿਆਂ ਪ੍ਰਵਾਨ ਹੋਏ ਪੰਜਾਂ ਪਿਆਰਿਆਂ ਅੰਦਰ ਸਤਿਗੁਰੂ ਵਰਤਦਾ ਹੈ। ਸਤਿਗੁਰੂ ਦੀ ਨੂਰ ਜੋਤ ਕਿਰਪਾ ਹੁੰਦੀ ਹੈ। ਗੁਰੂ ਨਾਨਕ ਦਾ ਜ਼ਹੂਰ ਗੁਰੂ ਘਰ ਦੇ ਮਨਜ਼ੂਰ ਸ਼ੁਦਾ ਪੰਜਾਂ ਪਿਆਰਿਆਂ ਅੰਦਰ ਪ੍ਰਗਟ ਪਹਾਰੇ ਜਾਪਦਾ ਹੈ। ਜਿੱਥੇ ਇਹ ਨੂਰ ਜ਼ਹੂਰੀ ਗੁਰਮੁਖ ਨਾਮ ਦੀ ਪ੍ਰਧਾਨਤਾ ਦਾ ਪ੍ਰਤਾਪ ਨਹੀਂ, ਉੱਥੇ ਸਮਝੋ ਕਿ ਸੱਚੜੀ ਗੁਰਤ ਕਲਾ ਨਹੀਂ ਵਰਤੀ। ਉਹਨਾਂ ਨੂੰ ਅਸਲ ਅਰਥਾਂ ਵਿੱਚ ਨਾਮ ਮਿਲਿਆ ਹੀ ਨਹੀਂ। ਨਾਮ ਕਿਵੇਂ ਮਿਲ ਜਾਏਗਾ? ਸਤਿਗੁਰੂ ਬਾਝੋਂ ਨਿਗੁਰਿਆਂ ਨੂੰ ਨਾਮ ਕਿਵੇਂ ਮਿਲੇਗਾ? ਮਿਲਦਾ ਹੀ ਨਹੀਂ। ਨਾ ਮਿਲਿਆ ਹੈ, ਨਾ ਮਿਲੇਗਾ। ਨਿਗੁਰੇ ਆਨਮਤੀ ਪੁਰਸ਼ ਭਾਵੇਂ ਕਿਤਨੇ ਕਰਮ ਕਮਾ ਥੱਕਣ, ਉਹਨਾਂ ਨੂੰ ਕੱਖ ਦੀ ਪ੍ਰਾਪਤੀ ਨਹੀਂ ਹੁੰਦੀ। ਤਿਨਾਂ ਦੀ ਘਾਲ ਕਮਾਈ ਬਿਰਥੀ ਹੀ ਜਾਂਦੀ ਹੈ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਘਰ ਮਾਹਿ ਉਦਾਸਾ। ਹਰ ਰੰਗ ਰਹੈ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਉ ਵਾਰੀ ਜਿਉ ਵਾਰੀ ਪੜ ਬੁਝ ਮਨ ਵਸਾਵਣਿਆ। ਗੁਰਮੁਖ ਪੜ੍ਹੈ ਹਰ ਨਾਮ ਸਲਾਹੈ, ਦਰ ਸੱਚੈ ਸ਼ੋਭਾ ਪਾਵਣਿਆ। ਰਹਾਉ ਅਲਖ ਅਭਿਉ ਹਰ ਰਹਾ ਸਮਾਏ, ਉਪਾਏ ਨ ਕੀਤੀ ਪਾਇਆ ਜਾਏ। ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਦੂਜੈ ਭਾਏ ਪੜ੍ਹੈ ਨਹੀਂ ਬੂਝੈ, ਤ੍ਰਿਬਿਦ ਮਾਇਆ ਕਾਰਣ ਲੂਝੈ। ਤ੍ਰਿਬਿਦ ਬੰਧਨ ਟੂਟੈ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾਵਣਿਆ। ਮਾਝ ਮਹੱਲਾ ਤੀਜਾ। ਵਿਆਖਿਆ: ਜਿਨ੍ਹਾਂ ਜਨਾਂ ਦਾ ਸੱਚੇ ਸ੍ਰੇਸ਼ਟ ਥਾਨ ਸੁਥਾਨ ਵਿਖੇ ਵਾਸਾ ਹੈ, ਤਿਨਾਂ ਜਨਾਂ ਦਾ ਜਨਮ ਉੱਤਮ ਹੈ। ਐਸੇ ਜਨ ਗੁਰੂ ਘਰ ਦੇ ਗੁਰਮੁਖ ਪਿਆਰੇ ਹੀ ਹਨ, ਜਿਨ੍ਹਾਂ ਦਾ ਸਦਾ ਸਦ ਨਿਵਾਸ ਗੁਰ ਸੰਗਤਾਂ ਵਿਖੇ ਹੀ ਰਹਿੰਦਾ ਹੈ। ਉਹ ਘਰ ਵਿੱਚ ਰਹਿੰਦੇ ਹੋਏ ਹੀ, ਗ੍ਰਸਤ ਵਿੱਚ ਨਿਵਾਸ ਰੱਖਦੇ ਹੋਏ ਵੀ, ਸਤਿਗੁਰੂ ਨੂੰ ਸੇਵਦੇ ਹੋਏ ਸਤਿਗੁਰੂ ਦੀ ਬਖਸ਼ੀ ਸੇਵਾ ਭਗਤੀ ਦੀ ਬਰਕਤ ਦੇ ਨਾਲ ਮੋਹ ਮਮਤਾਵੀ ਮਾਇਆ ਤੋਂ ਉਪਰਾਮ ਰਹਿੰਦੇ ਹਨ। ਤਿਨਾਂ ਨੂੰ ਮੋਹ ਮਾਇਆ ਦਾ ਲੇਪ ਨਹੀਂ ਲੱਗਦਾ। ਐਸੇ ਗੁਰਮੁਖ ਜਨ ਗੁਰਮਤਿ ਨਾਮ ਦੀਆਂ ਅਭਿਆਸ ਕਮਾਈਆਂ ਕਰਦੇ ਹੋਏ ਆਤਮ ਰੰਗਾਂ ਵਿੱਚ ਨਾਮ ਜਪਦੇ ਹਨ। ਸਦਾ ਸਦਾ ਆਤਮ ਰੰਗਾਂ ਵਿੱਚ ਰਤੇ ਹੋਏ ਵਾਹਿਗੁਰੂ ਦੇ ਰੰਗਾਂ ਵਿੱਚ ਹੀ ਮਸਤ ਅਲਮਸਤ ਰਹਿੰਦੇ ਹਨ।
ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਤਰੰਗੀ ਰਸ ਵਿੱਚ ਹੀ ਰੱਜਿਆ ਰਹਿੰਦਾ ਹੈ, ਸਦਾ ਤ੍ਰਿਪਤ ਹੋਇਆ ਰਹਿੰਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਨਾਮ ਦੀ ਹੀ ਪੜ੍ਹਾਈ ਪੜ੍ਹੀ ਹੈ, ਕੇਵਲ ਨਾਮ ਨੂੰ ਹੀ ਜਪਿਆ, ਨਾਮ ਸਰੂਪ ਗੁਰਬਾਣੀ ਦੀਆਂ ਸੱਚੀਆਂ ਪੜ੍ਹਾਈਆਂ ਪੜ੍ਹ ਕੇ ਵਿੱਚੋਂ ਨਾਮ ਦਾ ਤੱਤ ਕੱਢਿਆ ਹੈ, ਵਾਹਿਗੁਰੂ ਨਾਮ ਦੀ ਹੀ ਸੱਚੀ ਬੂਝ ਬੁੱਝੀ ਹੈ ਅਤੇ ਇਹ ਸੱਚੀ ਬੂਝ ਬੁੱਝ ਕੇ ਨਾਮ ਅਭਿਆਸ ਦੀਆਂ ਅਤੁੱਟ ਕਮਾਈਆਂ ਕਰ ਕਰ ਵਾਹਿਗੁਰੂ ਨੂੰ ਮਨ ਵਿੱਚ ਵਸਾਇਆ ਹੈ, ਉਹਨਾਂ ਲਈ ਏਦੋਂ ਉੱਪਰ ਹੋਰ ਕਿਹੜਾ ਕਰਮ ਕਮਾਉਣਾ ਬਾਕੀ ਰਹਿ ਗਿਆ। ਨਾਨਕ ਨਾਮ ਮਿਲੈ ਵਡਿਆਈ, ਏਦੋਂ ਉੱਪਰ ਕਰਮ ਨਹੀਂ। ਰਾਮਕਲੀ ਮਹੱਲਾ ਪਹਿਲਾ। ਤਾਂ ਤੇ ਗੁਰਮੁਖਾਂ ਦਾ ਨਾਮ ਅਭਿਆਸ ਕਮਾਈਆਂ ਵਾਲਾ ਕਰਮ ਸਭ ਕਰਮਾਂ ਤੋਂ ਪ੍ਰਧਾਨ ਕਰਮ ਹੈ। ਹੋਰ ਸਭ ਆਨਮਤ ਕਰਮ ਐਵੇਂ ਆਵਾ ਗੌਣ ਕਰਮ ਹੀ ਹਨ, ਜੋ ਕਿਸੇ ਲੇਖੇ ਨਹੀਂ। ਅਗਲੀ ਤੁਕ ਦੀ ਅੱਧ ਪੰਕਤੀ ਅੰਦਰ ਗੁਰਮੁਖਾਂ ਦੀ ਪੜ੍ਹਾਈ ਦਾ ਨਿਖਾਰ ਕੇ ਨਿਰਣਾ ਕੀਤਾ ਹੈ। ਗੁਰਮੁਖ ਪੜ੍ਹੈ ਹਰ ਨਾਮ ਸਲਾਹੈ। ਗੁਰਮੁਖ ਵੀ ਪੜ੍ਹਾਈ ਕਰਦੇ ਹਨ, ਬਸ ਇਹੀ ਕਿ ਵਾਹਿਗੁਰੂ ਨਾਮ ਨੂੰ ਹੀ ਸਲਾਹੁੰਦੇ ਹਨ। ਭਾਵ ਸਿਫਤ ਸਲਾਹ ਕਰੀ ਜਾਣਾ ਹੀ ਗੁਰਮੁਖਾਂ ਦੀ ਸੱਚੀ ਗੁਰਮਤ ਪੜ੍ਹਾਈ ਹੈ ਅਤੇ ਪ੍ਰਧਾਨ ਕਰਮ ਕਮਾਈ ਹੈ। ਅਤੇ ਪੜ੍ਹਾਈ ਪੜ੍ਹਨ ਵਾਲਿਆਂ ਵਿਟੋਂ ਗੁਰੂ ਨਾਨਕ ਸੋਇਮੇਸ਼ ਜੀ ਵਾਰਨੇ ਬਲਿਹਾਰਨੇ ਜਾਂਦੇ ਹਨ। ਗੁਰੂ ਸਾਹਿਬ ਸੱਚ ਫਰਮਾਉਂਦੇ ਹਨ ਕਿ ਅਜਿਹੀ ਸੱਚੀ ਸਿਫਤ ਸਲਾਹੀ ਪੜ੍ਹਾਈ ਪੜ੍ਹਨ ਵਾਲੇ, ਸੱਚੀ ਪ੍ਰਧਾਨ ਕਰਮ ਕਮਾਈ ਕਰਨ ਵਾਲੇ ਗੁਰਮੁਖ ਜਨ ਹੀ ਸੱਚੇ ਵਾਹਿਗੁਰੂ ਦੀ ਦਰਗਾਹ ਵਿੱਚ ਸ਼ੋਭਾ ਪਾਉਣ ਵਾਲੇ ਬਣਦੇ ਹਨ। ਸੱਚਮੁੱਚ ਹਰ ਦਰਗਾਹੇ ਸ਼ੋਭਾ ਪਾਉਂਦੇ ਹਨ। ਪਾਰ ਬ੍ਰਹਮ ਪਰਮੇਸ਼ਰ ਅਲੱਖ ਵਾਹਿਗੁਰੂ, ਜੋ ਹੋਰ ਕਿਤਬਿਦ ਵੀ ਕਿਸੇ ਤੋਂ ਲਖਿਆ ਨਹੀਂ ਜਾਂਦਾ, ਭਾਵੇਂ ਕੋਟ ਆਨਮਤ ਕਰਮ ਕੋਈ ਕਰ ਥੱਕੇ, ਜਿਸ ਅਭਿਓ ਨਿਰੰਕਾਰ ਕਰਤਾਰ ਦਾ ਭਿਓ ਭੇਦ ਕਿਸੇ ਤੋਂ ਵੀ ਨਹੀਂ ਪਾਇਆ ਜਾ ਸਕਦਾ, ਚਾਹੇ ਲੱਖ ਆਨਮਤ ਕਰਮ ਕਰਨਹਾਰਾ ਹੋਵੇ, ਉਹ ਅਲੱਖ ਅਭਿਓ ਵਾਹਿਗੁਰੂ ਸਾਰੇ ਹੀ ਖੰਡਾਂ ਬ੍ਰਹਮੰਡਾਂ ਵਿਖੇ, ਸਭ ਘਟਾਂ ਵਿਖੇ ਸਮਾਏ ਰਿਹਾ ਹੈ। ਪਰ ਉਹ ਹੋਰ ਕਿਸੇ ਵੀ ਕਰਮ ਉਪਾਉ ਦੇ ਕਰਨ ਕਰਕੇ ਪ੍ਰਤੱਖ ਨਹੀਂ ਹੁੰਦਾ, ਨਹੀਂ ਪਾਇਆ ਜਾ ਸਕਦਾ। ਜਿਸ ਗੁਰਮੁਖ ਪਿਆਰੇ ਉੱਤੇ ਕਿਰਪਾਲੂ ਦੀ ਅਪਾਰ ਕਿਰਪਾ ਹੋਈ ਹੈ, ਤਿਸ ਨੇ ਸੱਚੇ ਸਤਿਗੁਰ ਨੂੰ ਭੇਟਿਆ ਹੈ। ਸਤਿਗੁਰੂ ਨੂੰ ਭੇਟ ਕੇ ਉਹ ਨਿਗੁਰਿਓਂ ਸਗੁਰਾ ਬਣਿਆ ਹੈ। ਗੁਰਮਤ ਅਟਲ ਮਰਿਆਦਾ ਅਨੁਸਾਰ ਪੰਜਾਂ ਪਿਆਰਿਆਂ ਦੁਆਰਾ ਸਤਿਗੁਰੂ ਦੀ ਪਾਰਸ ਭੇਟ ਦੀ ਬਦੌਲਤ ਤਿਸ ਨੂੰ ਪਾਰਸ ਰਸਾਇਣੀ ਗੁਰਦੀਖਿਆ ਮਿਲੀ ਹੈ। ਤਿਸ ਗੁਰਦੀਖਿਆ ਗੁਰਮੰਤਰ ਦੇ ਮਿਲਣ ਪਰ ਨਾਮ ਅਭਿਆਸ ਤਿਸ ਨੂੰ ਦ੍ਰਿੜ ਹੋਇਆ ਹੈ। ਦ੍ਰਿੜ ਹੋਣ ਦੇ ਕਾਰਨ ਅਤੁੱਟ ਅਭਿਆਸ ਕਮਾਈਆਂ ਤਿਸ ਗੁਰਮੁਖ ਨੇ ਕੀਤੀਆਂ। ਤਿਨਾਂ ਅਤੁੱਟ ਕਮਾਈਆਂ ਰੂਪੀ ਕਰਮ ਕਰ ਉਹ ਗੁਰਮੁਖ ਜਨ ਵਾਹਿਗੁਰੂ ਸੱਚੇ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਪੈਣ ਦਾ ਪਾਤਰ ਬਣਿਆ। ਤਿਸ ਉੱਤੇ ਨਦਰ ਮਿਹਰ ਹੋਈ ਨਦਰਾਲੂ ਪੁਰਖ ਕਰਤਾਰ ਦੀ। ਹਰ ਦਰਗਾਹ ਅੰਦਰ ਪੁੱਗ ਖਲੋਣ ਦਾ ਤਿਸ ਨੂੰ ਸਿਰੋਂ ਪਾਉ ਖਾਸ ਮਿਲਿਆ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ ਦਾ ਨਦਰਾਪਾ ਹੀ ਉਸ ਉੱਤੇ ਨਹੀਂ ਹੋਇਆ, ਬਲਕਿ ਨਦਰਾਲੂ ਵਾਹਿਗੁਰੂ ਨੇ ਨਦਰੀ ਨਦਰ ਨਿਹਾਲ ਹੋ ਕੇ ਉਸ ਨੂੰ ਆਪਣੇ ਸਰੂਪ ਵਿੱਚ ਮਿਲਾਏ ਲਿਆ, ਗਲ ਲਾਏ ਲਿਆ। ਇਉਂ ਨਦਰੀ ਮੇਲ ਮਿਲਾਵਣਿਆਂ ਵਾਲੀ ਸਭ ਤੋਂ ਉੱਚੀ ਨਦਰ ਤਿਸ ਉੱਤੇ ਹੋਈ। ਗੁਰਮਤ ਨਾਮ ਦੀ ਅਤੁੱਟ ਕਮਾਈ ਕਰਨ ਵਾਲੇ ਗੁਰਮੁਖ ਜਨ ਨੂੰ ਹੀ ਇਹ ਉੱਚ ਮਰਾਤਬਾ, ਉੱਚੀ ਹੂੰ ਉੱਚ ਮਰਾਤਬਾ ਮਿਲਦਾ ਹੈ। ਇਹ ਗੁਰਮਤ ਨਾਮ ਅਭਿਆਸ ਕਮਾਈ ਰੂਪੀ ਕਰਮ ਦੀ ਉੱਚ ਪ੍ਰਧਾਨਤਾ ਹੈ, ਜੋ ਕਿਸੇ ਵਿਰਲੇ ਗੁਰਮੁਖ ਜਨ ਨੂੰ ਹੀ ਪ੍ਰਾਪਤ ਹੁੰਦੀ ਹੈ। ਐਰੇ ਗਹਿਰੇ ਆਨਮਤ ਕਰਮ ਕਰਨ ਵਾਲਿਆਂ ਨੂੰ ਤਾਂ ਉੱਕਾ ਹੀ ਇਹ ਮਰਾਤਬਾ ਨਹੀਂ ਮਿਲ ਸਕਦਾ। ਆਨਮਤ ਕਰਮਾਂ ਦੇ ਅਭਿਮਾਨੀ ਦੂਜੇ ਭਾਏ ਦੀਆਂ ਹੀ ਪੜ੍ਹਾਈਆਂ ਪੜ੍ਹਦੇ ਹਨ, ਪੜ੍ਹ ਪੜ੍ਹ ਕੇ ਕੱਢਦੇ ਹਨ, ਰੜਦੇ ਹਨ, ਦੂਜੇ ਭਾਏ ਦੇ ਹੜ ਵਿੱਚ ਹੀ ਰੁੜ ਜਾਂਦੇ ਹਨ। ਤਿਨਾਂ ਨੂੰ ਪਰਮਾਰਥ ਦੀ ਸੂਝ-ਬੂਝ ਹੀ ਨਹੀਂ ਆਉਂਦੀ। ਉਹ ਤਾਂ ਤ੍ਰੈਗੁਣੀ ਮਾਇਆ ਦੇ ਖਲਜਗਣ ਵਿੱਚ ਪੈ ਪੈ ਕੇ ਹੀ ਲੁਝਦੇ ਰਹਿੰਦੇ ਹਨ। ਇਹ ਤ੍ਰੈਗੁਣੀ ਬੰਧਨ ਉਹਨਾਂ ਦੇ ਟੁੱਟਦੇ ਨਹੀਂ, ਭਾਵੇਂ ਲੱਖ ਆਨਮਤ ਕਰਮ ਕਮਾ ਲੈਣ। ਇਹ ਤ੍ਰੈਗੁਣੀ ਬੰਧਨ ਟੁੱਟਦੇ ਹਨ ਤਾਂ ਗੁਰ ਸ਼ਬਦ ਦੀ ਬਰਕਤ ਨਾਲ ਹੀ ਟੁੱਟਦੇ ਹਨ। ਗੁਰ ਸ਼ਬਦ ਦੀ ਅਭਿਆਸ ਕਮਾਈ ਰੂਪੀ ਪ੍ਰਧਾਨ ਕਰਮ ਕਰਕੇ ਹੀ ਮੁਕਤ ਪ੍ਰਾਪਤ ਹੁੰਦੀ ਹੈ। ਭਾਵ ਗੁਰਮਤ ਨਾਮ ਅਭਿਆਸ ਕਮਾਈ ਰੂਪੀ ਪ੍ਰਧਾਨ ਕਰਮ ਗੁਰਮੁਖ ਜਨ ਦਾ ਕੀਤਾ ਹੋਇਆ ਹੀ ਮੁਕਤ ਕਰਾਵਣ ਨੂੰ ਸਮਰੱਥ ਹੈ। ਗੁਰਮੁਖ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖ ਨਾਮ ਰਤੇ ਸੁਖ ਹੋਈ। ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਏ ਨਾ ਪਾਈ, ਆਵੈ ਜਾਵੈ ਠੌਰ ਨਾ ਕਾਈ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜਿਉ ਲਾਏ ਬਹੈ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛਤਾਨਾ।
बिन सतगुर सेवे मुक्त न हुई, गुर प्रसादी मिलै हर सोई, गुरदाता जुग चारे हुई। गुरमुख जात पत नामे वड्याई, सायर की पुत्री बिदार गवाई, नानक बिन नामै झूठी चतुराई। गौड़ी महला तीजा। व्याख्या। ਗੁਰਮੁਖਾਂ ਦੇ ਕਰਮ ਧਰਮ ਸਾਰੇ ਨਾਮ ਰੂਪੀ ਸਤਤਾ ਤਤਤਾ ਦੇ ਪ੍ਰਾਇਣ ਹੀ ਹੁੰਦੇ ਹਨ। ਇਸ ਨਾਮ ਰੂਪੀ ਤਤਤਾ ਸਤਤਾ ਦੇ ਅਧੀਨ ਕਰਮ ਧਰਮ ਕਰਦੇ ਹੋਏ ਗੁਰਮੁਖਾਂ ਨੂੰ ਹਉਮੈ ਦੀ ਮੈਲ ਨਹੀਂ ਵਿਆਪਦੀ। ਗੁਰਮੁਖਾਂ ਦੀ ਕਰਮ ਧਰਮੀ ਨਾਮ ਕਮਾਈ ਵਾਲੀ ਪਾਰਸ ਕਲਾ ਅਹੰਕਾਰ ਨੂੰ ਜਲਾ ਦਿੰਦੀ ਹੈ ਅਤੇ ਨਾਮ ਤੋਂ ਬਿਨਾਂ ਹੋਰ ਦੂਜੇ ਭਾਵ ਦੇ ਸੰਸਕਾਰਾਂ ਨੂੰ ਸਾੜ ਸਿੱਟਦੀ ਹੈ। ਨਾਮ ਅਭਿਆਸ ਕਮਾਈ ਕਰਦਿਆਂ ਹੋਇਆਂ ਨਾਮ ਅਭਿਆਸ ਰੂਪੀ ਕਰਮ ਕਮਾਉਣ ਹਾਰੇ ਗੁਰਮੁਖ ਜਨ ਨਾਮ ਦੇ ਰੰਗਾਂ ਵਿੱਚ ਰੱਤੇ ਜਾਂਦੇ ਹਨ। ਇਹ ਰੰਗ ਰਹੱਸ ਵਾਲੀ ਆਤਮ ਅਵਸਥਾ ਪਰਮ ਸੁਖਦਾਈ ਹੁੰਦੀ ਹੈ। ਇਸ ਕਰਕੇ ਜੇ ਸੱਚਾ ਸੁਖ ਪ੍ਰਾਪਤ ਹੈ ਤਾਂ ਨਾਮ ਅਭਿਆਸ ਰੂਪੀ ਪ੍ਰਧਾਨ ਕਰਮ ਕਰਨ ਹਾਰਿਆਂ ਗੁਰਮੁਖਾਂ ਨੂੰ ਹੀ ਪ੍ਰਾਪਤ ਹੈ, ਹੋਰ ਕਿਸੇ ਆਨਮਤ ਕਰਮ ਕਰਨ ਹਾਰੇ ਨੂੰ ਪ੍ਰਾਪਤ ਨਹੀਂ, ਭਾਵੇਂ ਉਹ ਸਾਰੀ ਉਮਰ ਕਰ ਕਰਕੇ ਹੰਭ ਥੱਕੇ। ਕਿਉਂਕਿ ਆਨਮਤ ਕਰਮਾਂ ਦੇ ਕਰਨ ਹਾਰੇ ਦਾ ਮਨ ਕਦੇ ਵੀ ਨਹੀਂ ਪ੍ਰਬੁੱਧਿਆ ਜਾ ਸਕਦਾ। ਮਨ ਪ੍ਰਬੁੱਧਿਆ ਜਾ ਸਕਦਾ ਹੈ ਤਾਂ ਗੁਰਮੁਖ ਪ੍ਰਧਾਨ ਕਰਮ ਦੁਆਰਾ ਪ੍ਰਬੁੱਧਿਆ ਜਾ ਸਕਦਾ ਹੈ। ਮਨ ਪ੍ਰਬੁੱਧੋ ਹਰ ਕੈ ਨਾਏ, ਦਹਿ ਦਿਸ ਧਾਵਤ ਆਵੈ ਠਾਏ। ਗੌੜੀ ਸੁਖਮਨੀ ਮਹਲਾ ਪੰਜਵਾਂ। ਮਨਮੁਖ ਜਿਤਨੇ ਕਰਮ ਕਰਦੇ ਹਨ ਸੋ ਚਤੁਰਾਈ ਮਨਮੁਖਤਾਈ ਦੇ ਅਧੀਨ ਹੋ ਕੇ ਕਮਾਉਂਦੇ ਹਨ ਅਤੇ ਡਿੰਬ ਧਾਰ ਕੇ ਕਰਦੇ ਹਨ। ਤਾਂ ਤੇ ਜਿਹੜੇ ਕਰਮ ਵੀ ਉਹ ਕਰਦੇ ਹਨ ਉਹ ਕਿਸੇ ਲੇਖੇ ਵੀ ਨਹੀਂ ਪੈਂਦੇ, ਕਿਸੇ ਠਿਕਾਣੇ ਨਹੀਂ ਲੱਗਦੇ। ਆਨਮਤ ਕਰਮ ਕਰਨ ਹਾਰੇ ਮਨਮੁਖਾਂ ਨੂੰ ਕਿਤੇ ਵੀ ਠੌਰ ਠਿਕਾਣਾ ਨਹੀਂ ਮਿਲਦਾ, ਆਵਾ ਗਾਉਣ ਵਿੱਚ ਹੀ ਪਏ ਘੁੰਮਦੇ ਹਨ। ਮਨਮੁਖੀ ਕਰਮ ਕਰਨ ਨਾਲ ਅਭਿਮਾਨ ਹੀ ਵੱਧਦਾ ਹੈ। ਜਿਉਂ-ਜਿਉਂ ਮਨਮੁਖੀ ਕਰਮ ਕੀਤੇ ਜਾਂਦੇ ਹਨ ਤਿਉਂ-ਤਿਉਂ ਹੋਰ ਵਧੇਰਾ ਅਭਿਮਾਨ ਵੱਧਦਾ ਜਾਂਦਾ ਹੈ। ਡਿੰਬੀ ਕਰਮ ਕੀਤਿਆਂ ਵੀ ਨਿਰਾ ਅਹੰਕਾਰ ਹੀ ਵੱਧਦਾ ਹੈ, ਸਰਦਾ ਕੁਛ ਨਹੀਂ। ਡਿੰਬੀ ਪੁਰਖ ਬਗਲੇ ਵਾਂਗੂ ਧਿਆਨ ਜਮਾ ਕੇ ਬਥੇਰੀਆਂ ਬਗਲ ਸਮਾਧੀਆਂ ਲਾਉਂਦੇ ਹਨ ਪਰ ਲੱਗਦੀਆਂ ਨਹੀਂ, ਕਿਉਂਕਿ ਮਨ ਉਹਨਾਂ ਦਾ ਠਿਕਾਣੇ ਨਹੀਂ ਹੁੰਦਾ। ਅਜਿਹੇ ਬਗਲ ਸਮਾਧ ਕਰਮੀਆਂ ਨੂੰ ਅੱਗੇ ਜਾ ਕੇ ਜੰਮਾਂ ਦੀ ਹੀ ਮਾਰ ਪੈਂਦੀ ਹੈ। ਜਦੋਂ ਉਹ ਜੰਮ ਦੇ ਫੇੜੇ ਫਸਦਾ ਹੈ ਤਾਂ ਆਪਣੇ ਕੀਤੇ ਪਖੰਡ ਕਰਮਾਂ ਉੱਤੇ ਪਛਤਾਵਾ ਕਰਦਾ ਹੈ, ਪਰ ਫੇਰ ਪਛਤਾਇਆਂ ਕੀ ਬਣਦਾ ਹੈ। ਸਤਿਗੁਰੂ ਦ੍ਰਿੜਾਏ ਕਰਮ ਕੀਤਿਆਂ ਬਿਨਾਂ ਮੁਕਤ ਕਿਸੇ ਦੀ ਨਹੀਂ ਹੁੰਦੀ। ਜਿਨ੍ਹਾਂ ਉੱਤੇ ਗੁਰੂ ਦੀ ਪ੍ਰਸਾਦ ਰੂਪੀ ਕਿਰਪਾ ਖਾਸ ਹੁੰਦੀ ਹੈ ਉਹਨਾਂ ਨੂੰ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਚੌਹਾਂ ਜੁਗਾਂ ਅੰਦਰ ਗੁਰੂ ਹੀ ਮੁਕਤੀ ਦਾ ਦਾਤਾ ਹੈ। ਗੁਰਮੁਖਾਂ ਦੀ ਜਾਤ ਵੀ ਤੇ ਪਾਤ ਵੀ ਕੇਵਲ ਨਾਮ ਹੀ ਹੈ। ਨਾਮ ਦੁਆਰਾ ਹੀ ਸੱਚੀ ਵਡਿਆਈ ਗੁਰਮੁਖਾਂ ਨੂੰ ਮਿਲਦੀ ਹੈ। ਤਿਨਾਂ ਨਾਮ ਵਡਾਈ ਵਾਲੇ ਗੁਰਮੁਖਾਂ ਨੇ ਮਾਇਆ ਸਮੁੰਦਰ ਦੀ ਧੀ ਨੂੰ ਮਾਰ ਕੇ ਚਕਨਾਚੂਰ ਕਰ ਛੱਡਿਆ ਹੈ। ਨਾਮ ਬਿਨਾਂ ਹੋਰ ਕਰਮ ਕਾਂਡੀਆਂ ਦੀ ਸਭ ਚਤੁਰਾਈ ਝੂਠੀ ਹੀ ਝੂਠੀ ਸਾਬਤ ਹੋਈ ਹੈ। ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ, ਤਹਿ ਬਡਭਾਗ ਬਸਿਓ ਮਨ ਜਾਕੈ, ਕਰਮ ਪ੍ਰਧਾਨ ਮਥਾਨਾ ਨਾ। ਗੌੜੀ ਕਬੀਰ ਜੀ। ਵਿਆਖਿਆ। ਜਿਹੜੇ ਗੁਰਮੁਖ ਜਨ ਠਾਕੁਰ ਦਾ ਜਸ ਗਾਉਂਦੇ ਹਨ ਅਤੇ ਠਾਕੁਰ ਨੂੰ ਧਿਆਉਂਦੇ ਹਨ, ਤਿਨਾਂ ਦਾ ਗਾਇਨ ਧਿਆਨ ਵਾਲਾ ਕਰਮ ਤਿਨਾਂ ਨੂੰ ਸਿੱਧੇ ਪ੍ਰਭੂ ਦੇ ਠੌਰ ਮੁਕਾਮ ਤੇ ਪਹੁੰਚਾ ਦਿੰਦਾ ਹੈ। ਜਿਨ੍ਹਾਂ ਦੇ ਮਸਤਕ ਵਿਖੇ ਇਹ ਗੁਰਮੁਖ ਕਰਮ ਪ੍ਰਧਾਨ ਲਿਖਿਆ ਹੋਇਆ ਹੁੰਦਾ ਹੈ ਤੇ ਜਨ ਬੜੇ ਹੀ ਵਡਭਾਗੀ ਹੁੰਦੇ ਹਨ। ਤਿਨਾਂ ਦੇ ਮਨ ਅੰਦਰ ਮੁੱਢ ਤੋਂ ਹੀ ਖੁੱਲਿਓ ਕਰਮ ਭਇਓ ਪ੍ਰਗਾਸਾ ਵਾਲੀ ਗੁਰਮਤ ਬਿਦ ਪ੍ਰਾਪਤ ਹੋਣ ਦੇ ਸਮੇਂ ਤੋਂ ਹੀ ਵਾਹਿਗੁਰੂ ਵਸਿਆ ਹੋਇਆ ਹੁੰਦਾ ਹੈ। ਗੁਰਮੁਖ ਪ੍ਰਧਾਨ ਕਰਮ ਕਰਦਿਆਂ ਜਦੋਂ ਬਾਹਰ ਭੀਤਰ ਵਾਹਿਗੁਰੂ ਜੋਤੀ ਸਰੂਪ ਜੋਤ ਪ੍ਰਕਾਸ਼ੀਆ ਉਜਿਆਰਾ ਹੀ ਉਜਿਆਰਾ ਹੋ ਜਾਂਦਾ ਹੈ, ਤਿਸ ਅਵਸਥਾ ਵਿਖੇ ਇਹ ਅੰਤਮ ਸਿੱਟਾ ਅੰਕੁਰਤ ਹੁੰਦਾ ਹੈ ਕਿ ਗੁਰਮੁਖ ਪ੍ਰਧਾਨ ਕਰਮੀਆਂ ਦੇ ਕੀਤੇ ਪੂਰਬਲੇ ਸਾਰੇ ਹੀ ਕਰਮਾਂ ਦਾ ਨਾਸ ਹੋ ਜਾਂਦਾ ਹੈ। ਯਥਾ ਗੁਰਵਾਕ। ਬਾਹਰ ਭੀਤਰ ਭਇਆ ਪ੍ਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਰਾਗ ਗੌੜੀ ਵਾਰ ਕਬੀਰ ਜੀਓ ਕੇ। ਗੁਰਮੁਖ ਪ੍ਰਧਾਨ ਕਰਨ ਦੀ ਵੰਨਗੀ ਇਸ ਅਗਲੇਰੇ ਗੁਰਵਾਕ ਅੰਦਰ ਦਿੱਤੀ ਜਾਂਦੀ ਹੈ। ਆਸਾ ਮਹੱਲਾ ਪਹਿਲਾ। ਕਰਮ ਕਰਤੂਤ ਬੇਲ ਬਿਸਥਾਰੀ, ਰਾਮ ਨਾਮ ਫਲ ਹੁਆ, ਤਿਸ ਰੂਪ ਨ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ। ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ। ਰਹਾਓ। ਜਿਨ ਪੀਆ ਸੇ ਮਸਤ ਭਏ ਹੈ, ਟੂਟੇ ਬੰਧਨ ਫਾਹੇ, ਜੋਤੀ ਜੋਤ ਸਮਾਣੀ ਭੀਤਰ, ਤਾਂ ਛੋਡੇ ਮਾਇਆ ਕੇ ਲਾਹੇ।
ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ, ਰਾਰੈ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਬੀਣਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸ਼ਉ ਰਾਤਾ, ਨਾਨਕ ਕਹੈ ਵਿਚਾਰਾ। ਵਿਆਖਿਆ। ਨਿਰੰਜਨ ਨਿਰੰਕਾਰ ਵਾਹਿਗੁਰੂ ਨੇ ਆਪਣੀ ਕਰੁਣਾਮਈ ਨਿਰੰਜਨਤਾ ਵਰਤਾ ਕੇ ਗੁਰੂ ਨਾਨਕ ਨਿਰੰਕਾਰੀ ਦੁਆਰਾ ਨਿਰੰਕਾਰੀ ਨਾਮ ਰੂਪੀ ਸ਼ਬਦ ਗੁਰਸਿੱਖਾਂ ਪਰਮਾਰਥ ਦੇ ਪਾਤਰ ਗੁਰਮੁਖਾਂ ਦੇ ਕਰਮ ਕਮਾਉਣ ਲਈ ਉਤਪਤ ਕੀਤਾ। ਗੁਰੂ ਨਾਨਕ ਨਿਰੰਕਾਰੀ ਨੇ ਜਿਨ੍ਹਾਂ ਪਾਤਰ ਗੁਰਮੁਖਾਂ ਦੀਆਂ ਹਿਰਦੇ ਰੂਪ ਭੂਮੀਆਂ ਅੰਦਰ ਇਸ ਨਿਰੰਕਾਰੀ ਸ਼ਬਦ ਦਾ ਬੀਜ ਬੋਇਆ, ਉਹਨਾਂ ਹਿਰਦੇ ਰੂਪ ਭੂਮੀਆਂ ਅੰਦਰ ਨਿਰੰਕਾਰੀ ਕਰਮਾਮਈ ਸ੍ਰੇਸ਼ਟ ਕਰਤੂਤਾਂ ਦੀ ਬੇਲ ਪ੍ਰਫੁੱਲਿਤ ਹੋ ਕੇ ਪੁੰਗਰੀ। ਜਿਸ ਬੇਲ ਨੂੰ ਫੂਲ ਲੱਗੇ ਫਲ ਰਤਨ ਭਾਂਤ, ਰਸ ਜੋਤ ਪ੍ਰਕਾਸ਼ੀ ਫੁੱਲ ਫਲ ਲੱਗੇ। ਪਰ ਇਹ ਬੇਲ ਕਰਮ ਕਰਤੂਤ ਦੁਆਰਾ ਵਿਸਥਾਰੀ ਗਈ। ਗੁਰਸਿੱਖਾਂ ਦੇ ਹਿਰਦੇ ਰੂਪੀ ਭੂਮੀ ਅੰਦਰ ਅੰਮ੍ਰਿਤ ਬੀਜ ਜੋ ਸੰਚਰਿਆ ਗਿਆ, ਉਸ ਨੂੰ ਸ਼ੁਭ ਪਾਤਰੀ ਗੁਰਮੁਖ ਜਨਾਂ ਨੇ ਅਭਿਆਸ ਰੂਪੀ ਕਮਾਈਆਂ ਕਰਕੇ ਐਸੀਆਂ ਸ਼ੁਭ ਤੇ ਸ੍ਰੇਸ਼ਟ ਕਰਨੀਆਂ ਦੁਆਰਾ ਦਿਨ ਰਾਤ ਦੀਆਂ ਅਤੁੱਟ ਅਭਿਆਸ ਕਰਮਣੀਆਂ ਕਰ ਕਰਕੇ ਸਬਜ਼ਾਇਆ ਕਿ ਹਿਰਦੇ ਅੰਦਰ ਹੀ ਉਸ ਅੰਮ੍ਰਿਤ ਬੀਜ ਤੋਂ ਪਾਰ ਜਾਤੀ ਬਿਰਖ ਉਗਵ ਖਲੋਇਆ, ਜਿਸ ਨੂੰ ਜੋਤ ਰਤਨ ਭਾਂਤੀ ਅਤੇ ਰਸ ਪ੍ਰਕਾਸ਼ ਕ੍ਰਾਂਤੀ ਫਲ ਫੁੱਲ ਲੱਗੇ। ਰਿਦ ਅੰਤਰੇ ਸੰਚਰੇ ਅੰਮ੍ਰਿਤ ਨਾਮ ਰੂਪੀ ਬੀਜ ਨੂੰ ਸਵਾਸ ਅਭਿਆਸੀ ਸੁਰਤ ਸ਼ਬਦਾਸੀ ਕਮਾਈਆਂ ਕਰਨ ਕਰਕੇ ਪੁੰਗਰਾਇਆ। ਇਹ ਗੁਰਮਤਿ ਸ਼ਬਦ ਅਭਿਆਸੀ ਐਸਾ ਅਮਰ ਕਰਤੂਤੀ ਕਰਮ ਹੈ, ਐਸਾ ਪਾਰਸ ਪ੍ਰਭੂਤੀ ਪ੍ਰਿਸ਼ਰਮ ਹੈ ਕਿ ਜਿਉਂ-ਜਿਉਂ ਇਸ ਦੀ ਅਭਿਆਸ ਕਮਾਈ ਵਧਾਓ, ਤਿਉਂ-ਤਿਉਂ ਇਸ ਦੀ ਜੋਤ ਪਾਰਸਣੀ ਆਭਾ ਹਿਰਦੇ ਅੰਦਰ ਫੇਰ ਅੰਦਰ ਬਾਹਰ ਅਤ ਜਲਾਲ ਜਲਵਨੀ ਚਾਂਦਨੇ ਦੇ ਰੂਪ ਵਿੱਚ ਦਿਨੋਂ ਦਿਨ ਵੱਧ ਤੋਂ ਵੱਧ ਵਧੇਰੇ ਤੋਂ ਵਧੇਰੇ ਪ੍ਰਕਾਸ਼ ਵਿੱਚ ਪਸਰਦੀ ਚਲੀ ਜਾਂਦੀ ਹੈ। ਰਾਮ ਅਤੇ ਨਾਮ ਐਨ ਇੱਕ ਮਿਕਤਾ ਪ੍ਰਤੱਖ ਸਨਮੁਖਤਾ ਵਿੱਚ ਡਲ ਡਲ ਕਰਦੇ ਜੋਤ ਪ੍ਰਕਾਸ਼ੀ ਡਲਕਾਂ ਮਾਰਨ ਲੱਗ ਪੈਂਦੇ ਹਨ। ਤਿਸ ਜੋਤ ਡਲ ਕਰਨੀ ਓਤ ਪੋਤੀ ਜੋਤ ਉਦੋਤੀ ਰਾਮ ਨਾਮ ਦਾ ਸਰਗੁਣ ਰੂਪ ਰੇਖ ਨਹੀਂ ਹੁੰਦਾ। ਨਿਰਗੁਣ ਨਿਰੰਜਨੀ ਜੋਤ ਨਜ਼ਾਰਾ ਨਿਰੰਕਾਰੀ ਆਭਾ ਵਿੱਚ ਡਲਕਾਂ ਮਾਰਨ ਲੱਗ ਪੈਂਦਾ ਹੈ। ਅਜਿਹੇ ਜੋਤ ਨਿਰੰਕਾਰੀ ਰੰਗਾਂ ਵਿੱਚ ਨਾਮ ਅਭਿਆਸ ਕਰਮੀ ਗੁਰਮੁਖ ਜਨਾਂ ਦੇ 10ਵੇਂ ਦੁਆਰ ਅੰਦਰ ਅਨਹਦ ਸ਼ਬਦ ਵੱਜਣ ਲੱਗ ਪੈਂਦੇ ਹਨ। ਜਿਸ ਅਮਿਓ ਪਾਰਸ ਪ੍ਰਭਾਵਨੀ ਅੰਮ੍ਰਿਤ ਕ੍ਰਮਨੀ ਸੁਧਾ ਸਫਲਨੀ ਬੇਲ ਵਿਸਥਾਰਤਾ ਦਾ ਇਨ ਬਿਨ ਬਿਆਨ ਵਖਿਆਨ ਹੋਣਾ ਅਤੀ ਅਸੰਭਵ ਹੈ। ਜੋ ਕੋਈ ਇਸ ਅਵਸਥਾ ਦਾ ਜਾਣੂ ਹੋਵੇ, ਸੋਈ ਨਿਰਣਾਵੇ ਤਾਂ ਨਿਰਣਾਵੇ, ਵਖਣਿਆਵੇ ਤਾਂ ਵਖਣਿਆਵੇ। ਉਸ ਦੇ ਵੀ ਕਹਿਣ ਕਥਨ ਗੋਚਰੀ ਨਹੀਂ ਰਹਿੰਦੀ। ਅੰਮ੍ਰਿਤ ਦੇ ਗਟਾਕ ਪੀ ਪੀ ਕੇ ਉਹ ਅਲਮਸਤ ਹੀ ਹੋ ਰਹਿੰਦੇ ਹਨ। ਤਿਨਾਂ ਅੰਮ੍ਰਿਤ ਨਾਮ ਅਲਮਸਤੀਆਂ ਦੇ ਬੰਧਨ ਰੂਪੀ ਫਾਹੇ ਸਭ ਟੁੱਟ ਜਾਂਦੇ ਹਨ। ਜੋਤੀਸ਼ ਪਰਮਾਤਮਾ ਤਿਨਾਂ ਦੇ ਘਟ ਅੰਤਰ ਹੀ ਪ੍ਰਕਾਸ਼ਿਤ ਹੋ ਕੇ ਤਿਨਾਂ ਦੀ ਆਤਮਾ ਨਾਲ ਅਭੇਦ ਹੋ ਜਾਂਦਾ ਹੈ। ਘਟ ਭੀਤਰ ਜੋਤੀਸ਼ ਨਾਲ ਜੋਤ ਸਮਾ ਜਾਂਦੀ ਹੈ। ਇਹ ਇੱਕ ਅਕਹਿ ਜਲਵਾ ਸਦ ਸਦੀਵੀ ਹੁੰਦਾ ਹੈ। ਇਸ ਸੱਚੇ ਜੋਤ ਆਨੰਦੀ ਲਾਹੇ ਨੂੰ ਲੈ ਕੇ ਉਹ ਜੋਤ ਵਿਗਾਸੀ ਰਸ ਕਰਮ ਪ੍ਰਕਾਸ਼ੀ ਗੁਰਮੁਖ ਜਨ ਹੋਰਨਾਂ ਮਾਇਆਵੀ ਲਾਹਿਆਂ ਦੀ ਕੀ ਪਰਵਾਹ ਰੱਖਦੇ ਹਨ। ਮਾਇਆ ਦੇ ਲਾਹੇ ਤਿਨਾਂ ਨੇ ਉੱਕੇ ਹੀ ਤਿਆਗ ਦਿੱਤੇ ਹੁੰਦੇ ਹਨ। ਤਿਨਾਂ ਦੀ ਦ੍ਰਿਸ਼ਟੀ ਅੰਦਰ ਸਾਰੇ ਅੰਦਰ ਬਾਹਰ ਘਟਾਂ ਅਵਘਟਾਂ ਖੰਡਾਂ ਬ੍ਰਹਮੰਡਾਂ ਅੰਦਰ ਇੱਕ ਜੋਤੀਸ਼ ਪਰਮਾਤਮਾ ਦੀ ਜੋਤ ਦਾ ਨਜ਼ਾਰਾ ਹੀ ਪਸਰਿਆ ਹੋਇਆ ਦਿਖਾਈ ਦਿੰਦਾ ਹੈ। ਉਸ ਦੀ ਪਸਰੀ ਮਾਇਆ ਦੇ ਸਗਲ ਭਵਨਾਂ ਅੰਦਰ ਵੀ ਇੱਕੋ ਪਰਮਾਤਮ ਜੋਤ ਦਾ ਜਲਵਾ ਹੀ ਤਿਨਾਂ ਨੂੰ ਨਜ਼ਰ ਆਉਂਦਾ ਹੈ। ਜੋਤ ਕਿਰਣੀ ਹੋ ਕੇ ਸਰਬੱਤਰ ਘਟਾਂ ਪਟਾਂ ਅੰਦਰ ਉਹ ਸਾਰੇ ਹੀ ਛਾਇਆ ਹੋਇਆ ਹੈ। ਸਰਬੱਤਰ ਰਮਿਆ ਹੋਇਆ ਹੁੰਦਾ ਵੀ ਉਹ ਨਿਰਾਲਮ ਰੂਪ ਵਿੱਚ ਇਕੱਲਾ ਬੈਠਾ ਹੋਇਆ ਸਭ ਚਰਾਚਰ ਜੀਵ ਮਾਤਰ ਅਤੇ ਸਾਰੀ ਰਚਨਾ ਨੂੰ ਆਪਣੀਆਂ ਨਜ਼ਰਾਂ ਹੇਠ ਰੱਖਦਾ ਹੈ। ਕੋਈ ਵੀ ਉਸ ਦੀਆਂ ਨਜ਼ਰਾਂ ਤੋਂ ਬਾਹਰ ਨਹੀਂ। ਕੋਈ ਇਕੱਲਾ ਕਰਮ ਜੋਤੀਸ਼ਰ ਜੋਗੀ ਜਿਸ ਨੇ ਰਸ ਜੋਤ ਨਾਮ ਅਭਿਆਸ ਦੇ ਕਰਮ ਕਮਾ ਕੇ ਜੋਤੀਸ਼ਰ ਵਾਹਿਗੁਰੂ ਨੂੰ ਘਟ ਅੰਦਰ ਪ੍ਰਗਟ ਕੀਤਾ ਹੋਵੇ, ਇਸ ਪਦ ਨੂੰ ਪੁੱਗ ਕੇ ਗੁਰ ਸ਼ਬਦ ਬਜੰਤਰੀ ਕੀਰਤ ਧਨੰਤਰੀ ਅਨਹਦ ਸ਼ਬਦ ਦੀ ਬੀਣਾ ਵਜਾਉਂਦਾ ਹੈ ਅਤੇ ਵਾਹਿਗੁਰੂ ਦਰਸ਼ਨ ਰੂਪ ਅਪਾਰਾ ਪੇਖ ਪੇਖ ਖੀਵਾ ਹੋਇਆ ਰਹਿੰਦਾ ਹੈ। ਗੁਰੂ ਨਾਨਕ ਦੇ ਘਰ ਦਾ ਵਰੋਸਾਇਆ ਹੋਇਆ ਕਰਮ ਜੋਗੀ ਉੱਪਰ ਕਥੇ ਅਨੁਸਾਰ ਅਨਹਦ ਸ਼ਬਦ ਵਿੱਚ ਲੀਨ ਹੋਇਆ ਵਿਆ ਵਾਹਿਗੁਰੂ ਸੱਚੇ ਖਸਮ ਨਾਲ ਤਦ ਰੂਪ ਹੋ ਕੇ ਅਭੇਦ ਹੋਇਆ ਰਹਿੰਦਾ ਹੈ। ਇਹ ਗੁਰਮੁਖ ਜਨ ਕਰਮ ਦੀ ਪ੍ਰਧਾਨਤਾ ਦਾ ਇੱਕ ਅਦੁੱਤੀ ਚਮਤਕਾਰਕ ਨਜ਼ਾਰਾ ਹੈ। ਗੁਰਮਤਿ ਨਾਮ ਅਭਿਆਸ ਸ੍ਰੇਸ਼ਟ ਅਤੇ ਸਰਬੋਤਮ ਪ੍ਰਧਾਨ ਕਰਮ ਅਭਿਆਸੀ ਜਨਾਂ ਨੂੰ
ਇਸ ਪਦ ਪੁਚਾ ਦਿੰਦਾ ਹੈ। ਤਿੱਥੇ ਹੋਰ ਕਰਮਾਂ ਧਰਮਾਂ ਦੀ ਰਾਈ ਮਾਤਰ ਵੀ ਸਮਾਈ ਨਹੀਂ। ਆਸਾ ਮਹੱਲਾ ਪਹਿਲਾ। ਜੋ ਤਿਨ ਕੀਆ ਸੋ ਸਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ, ਹਿਰਦੈ ਨਾਮ ਨਾਹੀ ਮਨ ਭੰਗ, ਅਨ ਦਿਨ ਨਾਲ ਪਿਆਰੇ ਸੰਗ। ਹਰ ਜਿਉ ਰਾਖੋ ਆਪਣੀ ਸ਼ਰਣਾਈ, ਗੁਰ ਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ। ਰਹਾਓ। ਕਰਮ ਧਰਮ ਸਚ ਸਾਚਾ ਨਾਉ, ਤਾਕੈ ਸਦ ਬਲਿਹਾਰੈ ਜਾਉ। ਜੋ ਹਰ ਰਾਤੇ ਸੇ ਜਨ ਪਰਵਾਨ, ਤਿਨ ਕੀ ਸੰਗਤ ਪਰਮ ਨਿਧਾਨ। ਹਰ ਵਰ ਜਿਨ ਪਾਇਆ ਧਨ ਨਾਰੀ, ਹਰ ਸਿਉ ਰਾਤੀ ਸ਼ਬਦ ਵਿਚਾਰੀ। ਆਪ ਤਰੈ ਸੰਗਤ ਕੁਲ ਤਾਰੈ, ਸਤਿਗੁਰ ਸੇਵ ਤਤ ਵਿਚਾਰੈ। ਹਮਰੀ ਜਾਤ ਪਤ ਸਚ ਨਾਉ, ਕਰਮ ਧਰਮ ਸੰਜਮ ਸਤ ਭਾਉ। ਨਾਨਕ ਬਖਸ਼ੇ ਪੂਛ ਨਾ ਹੋਏ, ਦੂਜਾ ਮੇਟੇ ਏਕੋ ਸੋਏ। ਵਿਆਖਿਆ। ਜਿਨ੍ਹਾਂ ਨੂੰ ਗੁਰਪ੍ਰਸਾਦੀ ਹਰ ਰਸ ਆਇਆ ਹੈ ਅਤੇ ਜਿਨ੍ਹਾਂ ਗੁਰੂ ਦੁਆਰਿਓਂ ਗੁਰਪ੍ਰਸਾਦ ਕਰ ਨਾਮ ਪਦਾਰਥ ਰੂਪੀ ਨੌਨਿਧ ਪਾਈ ਹੈ, ਉਹਨਾਂ ਦੀ ਹਰ ਦਮ ਹੀ ਲਾਲਸਾ ਹੈ ਕਿ ਵਾਹਿਗੁਰੂ ਸੱਚਾ ਪਾਤਸ਼ਾਹ ਆਪਣੀ ਸ਼ਰਨਾਗਤ ਹੀ ਰੱਖੇ। ਉਹ ਇਹੀ ਬੇਨਤੀ ਕਰਦੇ ਰਹਿੰਦੇ ਹਨ ਕਿ ਹੇ ਵਾਹਿਗੁਰੂ, ਸਾਨੂੰ ਸਦਾ ਆਪਣੀ ਸ਼ਰਨਾਈ ਹੀ ਰੱਖੋ, ਜਾਂ ਤੇ ਸਦਾ ਸਨਮੁਖ ਦੀਦਾਰੇ ਤੇਰੇ ਹੁੰਦੇ ਰਹਿਣ। ਅਸਲ ਸ਼ਰਨਾਗਤ ਸਹੀ ਜਨ ਰਹਿੰਦੇ ਹਨ ਜੋ ਪ੍ਰਤੱਖ ਦੀਦਾਰਿਆਂ ਦੇ ਆਨੰਦ ਮਾਣਦੇ ਹਨ। ਇਹ ਆਨੰਦ ਮਾਣਨਾ ਤਿਨਾਂ ਨੂੰ ਹੀ ਪ੍ਰਾਪਤ ਹੈ ਜਿਨ੍ਹਾਂ ਨੇ ਨਾਮ ਪਦਾਰਥ ਪਾਇਆ, ਅਤੁੱਟ ਕਮਾਈਆਂ ਨਾਮ ਅਭਿਆਸ ਦੀਆਂ ਕੀਤੀਆਂ। ਇਸ ਪ੍ਰਧਾਨ ਗੁਰਮੁਖ ਕਰਮ ਦੀ ਬਦੌਲਤ ਹੀ ਸਦਾ ਗੁਰੂ ਕਰਤਾਰ ਦੀ ਸਨਮੁਖਤਾ ਸ਼ਰਨਾਗਤ ਰਹਿਣ ਦੀ ਪਰਮ ਪਦਵੀ ਮਿਲਦੀ ਹੈ। ਇਹ ਉੱਪਰਲੇ ਗੁਰਵਾਕ ਦੀ ਅਸਥਾਈ ਦਾ ਤੱਤ ਭਾਵ ਹੈ, ਜਿਸ ਨੂੰ ਜਿਸ ਵਡਭਾਗੇ ਗੁਰਮੁਖ ਜਨ ਨੂੰ ਸਤਿਗੁਰੂ ਨੇ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕੀਤੀ ਹੈ, ਤਿਸ ਤੋਂ ਨਾਮ ਰੂਪੀ ਸੱਚ ਦੀ ਹੀ ਧਰਮ ਕਮਾਈ ਹੋਈ ਹੈ। ਨਾਮ ਰਤੜੇ ਗੁਰਮੁਖ ਜਨ ਨੇ ਜੋ ਵੀ ਕਰਮ ਕੀਤਾ ਹੈ, ਤਿਸ ਤੋਂ ਸੱਚੋ ਹੀ ਸੱਚ ਕੇਵਲ ਨਾਮ ਹੀ ਨਾਮ ਦਾ ਪ੍ਰਭਾਵ ਪ੍ਰਗਟ ਥੀਆ ਹੈ। ਭਾਵ ਗੁਰਮੁਖ ਜਨਾਂ ਤੋਂ ਨਾਮ ਕਮਾਈ ਬਿਨਾ ਹੋਰ ਕਰਮ ਹੁੰਦਾ ਹੀ ਨਹੀਂ। ਉਹਨਾਂ ਤੋਂ ਨਾਮ ਰੂਪੀ ਸੱਚ ਹੀ ਕਮਾਇਆ ਜਾਂਦਾ ਹੈ। ਉਹਨਾਂ ਦੇ ਹਿਰਦੇ ਅੰਦਰ ਸਦਾ ਨਾਮ ਹੀ ਨਾਮ ਵਸਿਆ ਰਹਿੰਦਾ ਹੈ। ਮਨ ਬਚਨ ਕਰਮ ਕਰਕੇ ਤਿਨਾਂ ਤੋਂ ਨਾਮ ਜਾਪ ਦੀ ਕਮਾਈ ਵੱਲੋਂ ਕਦੇ ਭੰਗਣਾ ਨਹੀਂ ਪੈਂਦੀ। ਇਸ ਅਥਾਹ ਨਾਮ ਅਭਿਆਸ ਕਮਾਈ ਦੇ ਪ੍ਰਤਾਪ ਕਰਕੇ ਤਿਨਾਂ ਦਾ ਦਿਨੇ ਰਾਤ ਪਿਆਰੇ ਪ੍ਰੀਤਮ ਪ੍ਰਭੂ ਪਰਮਾਤਮਾ ਨਾਲ ਇੱਕ ਮਿਕਤਾ ਵਾਲਾ ਸੰਗ ਬਣਿਆ ਰਹਿੰਦਾ ਹੈ। ਸਦਾ ਸਨਮੁਖ ਦਰਸ਼ਨ ਦਿਦਾਰਿਆਂ ਦਾ ਰੰਗ ਬਣਿਆ ਰਹਿੰਦਾ ਹੈ। ਉਹਨਾਂ ਦੇ ਕਰਮ ਧਰਮ ਬਸ ਇਹੀ ਹਨ ਕਿ ਅਨ ਦਿਨ ਸੱਚੇ ਨਾਮ ਰੂਪੀ ਸੱਚ ਦੀਆਂ ਕਮਾਈਆਂ ਹੀ ਕਰੀ ਜਾਂਦੇ ਹਨ। ਜਿਨ੍ਹਾਂ ਦਾ ਅਨ ਦਿਨ ਨਾਮ ਜਪੀ ਜਾਣ ਦਾ ਹੀ ਸੱਚਾ ਕਮਾਈ ਰੂਪ ਕਰਮ ਹੈ, ਉਹਨਾਂ ਦੇ ਇਸ ਸੱਚੇ ਕਰਮ ਵਿੱਚ ਸਾਰੇ ਕਰਮ ਧਰਮ ਆ ਗਏ। ਤਿੰਨ ਸੱਚੇ ਪ੍ਰਧਾਨ ਕਰਮੀ ਗੁਰਮੁਖ ਜਨਾਂ ਵਿੱਚੋਂ ਗੁਰੂ ਨਾਨਕ ਸਾਹਿਬ ਸਦਾ ਬਲਿਹਾਰੇ ਜਾਂਦੇ ਹਨ। ਐਸੇ ਵਾਹਿਗੁਰੂ ਨਾਲ ਰਤੜੇ ਗੁਰਮੁਖ ਜਨ ਹੀ ਵਾਹਿਗੁਰੂ ਦੀ ਦਰਗਾਹੇ ਪ੍ਰਵਾਨ ਪੈਂਦੇ ਹਨ। ਤਿਨਾਂ ਦੀ ਸੰਗਤ ਕੀਤਿਆਂ ਪਰਮ ਨਿਧਾਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਜਗਿਆਸੂ ਰੂਪ ਗੁਰਮੁਖ ਸੁਹਾਗ ਵਾਲੀ ਸੁਹਾਗਣ ਇਸਤਰੀ ਧਨ ਨਾਰੀ ਨੇ ਵਾਹਿਗੁਰੂ ਰੂਪੀ ਵਰ ਨੂੰ ਪਾ ਲਿਆ, ਉਹ ਸੱਚੇ ਸੁਹਾਗ ਭਾਗ ਨੂੰ ਪ੍ਰਾਪਤ ਹੋਈ ਵੀ ਸੁਹਾਗਵੰਤੀ ਇਸਤਰੀ ਹਰ ਵਰ ਪਾ ਕੇ ਵੀ ਸ਼ਬਦ ਅਭਿਆਸ ਰੂਪੀ ਸੱਚੜੇ ਵਿਚਾਰ ਨੂੰ ਨਹੀਂ ਛੱਡਦੀ। ਹਰ ਸਿਉ ਰੱਤੀ ਹੋਈ ਵੀ, ਹਰ ਰੰਗ ਵਿੱਚ ਰਹਿੰਦੀ ਹੋਈ ਵੀ ਨਾਮ ਸ਼ਬਦ ਦੀ ਕਮਾਈ ਕਰਦੀ ਹੀ ਰਹਿੰਦੀ ਹੈ। ਰੰਗ ਰਤੜੀ ਆਤਮ ਅਵਸਥਾ ਵਿੱਚ ਸਗੋਂ ਨਾਮ ਅਭਿਆਸ ਕਮਾਈਆਂ ਕਰਨ ਦਾ ਹੋਰ ਵਧੇਰਾ ਰਸ ਸੁਆਦ ਅਹਿਲਾਦ ਆਉਂਦਾ ਹੈ। ਜਿਉਂ-ਜਿਉਂ ਨਾਮ ਕਮਾਈਆਂ ਵਾਲੇ ਪ੍ਰਧਾਨ ਕਰਮੀ ਗੁਰਮੁਖ ਜਨ ਨਾਮ ਕਮਾਈਆਂ ਕਰਦੇ ਹਨ, ਤਿਉਂ-ਤਿਉਂ ਉਹ ਹੋਰੋਂ ਹੋਰ ਗਹਿਗੱਚੀ ਆਤਮ ਰੰਗਾਂ ਵਿੱਚ ਰੰਗੀ ਜਾਂਦੇ ਹਨ ਅਤੇ ਜਿਉਂ-ਜਿਉਂ ਹੋਰ ਵਧੇਰੇ ਰੰਗਾਂ ਵਿੱਚ ਨਾਮ ਅਭਿਆਸ ਕਮਾਈਆਂ ਕਰਦੇ ਹਨ, ਉਹ ਆਪ ਭਵ ਸਾਗਰ ਤੋਂ ਤਰ ਜਾਂਦੇ ਹਨ। ਤਿਨਾਂ ਦੀ ਸੰਗਤ ਕਰਕੇ ਤਿਨਾਂ ਦੀਆਂ ਕੁਲਾਂ ਦਾ ਵੀ ਨਿਸਤਾਰਾ ਹੋ ਜਾਂਦਾ ਹੈ। ਨਾਮ ਤਤ ਦੀਆਂ ਤਤ ਅਭਿਆਸ ਕਮਾਈਆਂ ਕਰਨਾ ਹੀ ਸਤਿਗੁਰੂ ਦੀ ਸੱਚੀ ਸੇਵਾ ਹੈ। ਸੱਚੇ ਨਾਮ ਦੀਆਂ ਕਮਾਈਆਂ ਕਰਨ ਹਾਰਿਆਂ ਦੀ ਜਾਤ ਵੀ ਤੇ ਪਾਤ ਵੀ ਸੱਚਾ ਨਾਉ ਹੀ ਹੈ ਅਤੇ ਨਾਮ ਨਾਲ ਸੱਚਾ ਭਾਵ ਪ੍ਰੇਮ ਪਿਆਰ ਹੀ ਤਿਨਾਂ ਦਾ ਕਰਮ ਧਰਮ ਰੂਪੀ ਸੰਜਮ ਕਰਨਾ ਹੈ। ਅਰਥਾਤ ਹੋਰ ਕਰਮਾਂ ਧਰਮਾਂ ਦੇ ਸੰਜਮ ਕਰਨ ਦੀ ਤਿਨਾਂ ਨੂੰ ਲੋੜ ਨਹੀਂ ਰਹੀ। ਗੁਰੂ ਨਾਨਕ ਸਾਹਿਬ ਨੇ ਜੋ ਜਨ ਬਖਸ਼ ਦਿੱਤੇ ਹਨ, ਤਿਨਾਂ ਗੁਰੂ ਨਾਨਕ ਦੇ ਬਖਸ਼ਿਆਂ ਹੋਇਆਂ ਦੀ ਅੱਗੇ ਜਾ ਕੇ ਧਰਮ ਰਾਏ ਦੇ ਦਰਬਾਰ ਵਿੱਚ ਪੁੱਛ ਗਿੱਛ ਨਹੀਂ ਹੁੰਦੀ।
ਕਿਉਂਕਿ ਤਿਨਾਂ ਨੇ ਦੂਜੇ ਭਾਵ ਦੇ ਕਰਮਾਂ ਨੂੰ ਰੱਦ ਕਰਕੇ ਕੇਵਲ ਇੱਕੋ ਸੱਚੜਾ ਕਰਮ ਨਾਮ ਜਪਣ ਦਾ, ਨਾਮ ਅਭਿਆਸ ਦਾ ਹੀ ਕਮਾਇਆ ਹੈ। ਬਾਹਰ ਜਨੇਊ ਜਿੱਚਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸੰਭਾਲ, ਐਥੈ ਉਥੈ ਨਿਭੀ ਨਾਲ, ਵਿਣ ਨਾਵੈ ਹੋਰ ਕਰਮ ਨਾ ਭਾਲ। ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜ੍ਹੈ ਨਹੀਂ ਕੀਮਤ ਪਾਏ, ਅਸ਼ਟ ਦਸੀਂ ਚੌ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਆਸਾ ਮਹੱਲਾ ਪਹਿਲਾ। ਵਿਆਖਿਆ। ਬਾਹਰ ਦਾ ਜਨੇਊ ਉਨਾ ਚਿਰ ਹੀ ਰਹਿੰਦਾ ਹੈ ਜਿਤਨਾ ਚਿਰ ਸਰੀਰ ਵਿੱਚ ਜੋਤ ਆਤਮਾ ਕਾਇਮ ਹੈ। ਸਰੀਰ ਅੰਦਰੋਂ ਜੋਤ ਆਤਮਾ ਦੇ ਨਿਕਲੇ ਪਿੱਛੋਂ ਸਰੀਰ ਵੀ ਇੱਥੇ ਹੀ ਰਹਿ ਜਾਂਦਾ ਹੈ ਅਤੇ ਜਨੇਊ ਵੀ ਇੱਥੇ ਹੀ ਝੜ ਪੈਂਦਾ ਹੈ। ਤਾਂ ਤੇ ਨਾਮ ਸੰਭਾਲਣ ਰੂਪੀ ਪ੍ਰਧਾਨ ਗੁਰਮੁਖੀ ਕਰਮ ਹੀ ਕਰਨ ਯੋਗ ਸ੍ਰੇਸ਼ਟ ਕਰਮ ਹੈ। ਧੋਤੀ ਟਿੱਕਾ ਜਨੇਊ ਆਦਿਕ ਆਨਮਤ ਕਰਮਾਂ ਦੇ ਕਰਨ ਦੀ ਕੋਈ ਲੋੜ ਨਹੀਂ। ਜਿਸ ਗੁਰਮੁਖ ਜਨ ਨੇ ਨਾਮ ਸੰਭਾਲ ਲਿਆ ਉਸਨੇ ਸਭੇ ਕਰਮ ਕਰ ਲਏ, ਹੋਰ ਕਰਮਾਂ ਦੇ ਕਰਨ ਦੀ ਉਸਨੂੰ ਲੋੜ ਨਹੀਂ ਰਹੀ। ਇਹ ਜਨੇਊ ਆਦਿਕ ਇੱਥੇ ਹੀ ਰਹਿ ਜਾਂਦੇ ਹਨ। ਕੇਵਲ ਨਾਮ ਨੇ ਹੀ ਇੱਥੇ ਉੱਥੇ ਲੋਕ ਪਰਲੋਕ ਵਿਖੇ ਨਾਲ ਨਿਭਣਾ ਹੈ। ਤਾਂ ਤੇ ਨਾਮ ਬਿਨਾ ਹੋਰ ਕਰਮਾਂ ਦੀ ਧਾਈ ਢੂੰਡ ਢੁੰਡਾਈ ਭਾਲ ਭਲਾਈ ਸਭ ਬਿਰਥੀ ਹੈ। ਆਨਮਤ ਕਰਮ ਕਾਂਡੀ ਕਿਰਿਆਚਾਰ ਕਰਨ ਨਾਲ ਪ੍ਰਧਾਨ ਪੁਰਖ ਵਸ ਨਹੀਂ ਆਉਂਦਾ। ਆਨਮਤ ਧਰਮ ਪੁਸਤਕਾਂ ਵੇਦਾਂ ਸ਼ਾਸਤਰਾਂ ਆਦਿਕ ਦੇ ਭਾਵੇਂ ਕਿਤਨੇ ਹੀ ਪਾਠ ਕਰ ਲਵੋ, ਉਸ ਪਾਰ ਬ੍ਰਹਮ ਪਰਮੇਸ਼ਰ ਦਾ ਪਾਰਾਵਾਰ ਨਹੀਂ ਆਉਂਦਾ, ਉਸ ਦੀ ਕੀਮਤ ਨਹੀਂ ਪੈਂਦੀ। 18 ਪੁਰਾਣਾਂ ਨੇ 4 ਵੇਦਾਂ ਨੇ ਉਸ ਦਾ ਭੇਦ ਨਹੀਂ ਪਾਇਆ। ਸਤਿਗੁਰੂ ਨਾਨਕ ਦੇ ਘਰ ਆ ਜਨਮਿਆ, ਗੁਰਮੰਤਰ ਦੀਖਿਆਂ ਲਿਆਂ ਅਤੇ ਗੁਰ ਸ਼ਬਦ ਦੀ ਕਮਾਈ ਕਰਨ ਦਾ ਇਹ ਫਲ ਹੋਇਆ ਕਿ ਪਾਰ ਬ੍ਰਹਮ ਸਤਿਗੁਰੂ ਨੇ ਵਾਹਿਗੁਰੂ ਦੇ ਸਰੂਪ ਨੂੰ ਪ੍ਰਤੱਖ ਹੀ ਲਿਖਾ ਦਿੱਤਾ, ਦਿਖਾ ਦਿੱਤਾ। ਐਸੀ ਹੈ ਗੁਰਮੁਖ ਕਰਮਾਂ ਦੀ ਪ੍ਰਬੀਨਤਾ ਅਤੇ ਪ੍ਰਧਾਨਤਾ। ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲਖ ਅਭੇਵਾ, ਨਾਨਕ ਰਾਮ ਨਾਮ ਮਨ ਰਾਤਾ, ਗੁਰਮਤਿ ਪਾਏ ਸਹਿਜ ਸੇਵਾ। ਆਸਾ ਮਹੱਲਾ ਪਹਿਲਾ। ਭਾਵ ਆਨਮਤਾਂ ਦੇ ਜਿਤਨੇ ਵੀ ਗਿਆਨ ਧਿਆਨ ਹਨ, ਸਗਲੇ ਸਾਰੇ ਹੀ ਜਪ ਤਪ ਆਦਿਕ ਉਸ ਜਨ ਨੇ ਕਰ ਲਏ ਜਾਣੋ ਜਿਸ ਦੇ ਹਿਰਦੇ ਅੰਦਰ ਅਲਖ ਅਭੇਵ ਵਾਹਿਗੁਰੂ ਆਏ ਵਸਿਆ ਹੈ, ਨਾਮ ਅਭਿਆਸ ਕਮਾਈਆਂ ਦੀਆਂ ਬਰਕਤਾਂ ਕਰਕੇ। ਜਿਸ ਜਨ ਦਾ ਵਾਹਿਗੁਰੂ ਦੇ ਨਾਮ ਨਾਲ ਮਨ ਰੰਗਿਆ ਗਿਆ ਹੈ, ਉਸਨੇ ਗੁਰਮਤਿ ਲਿਖਾਈ ਸਹਿਜ ਸੇਵਾ ਨੂੰ ਪਾ ਲਿਆ। ਐਸੀ ਹੈ ਪ੍ਰਧਾਨਤਾ ਗੁਰਮੁਖ ਕਰਮ ਦੀ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਹਾਰੀ, ਜੋ ਇਹ ਮੰਤਰ ਕਮਾਵੈ ਨਾਨਕ, ਸੋ ਭਉ ਜਲ ਪਾਰ ਉਤਾਰੀ। ਆਸਾ ਮਹੱਲਾ ਪੰਜਵਾਂ। ਭਾਵ ਗੁਰੂ ਕਰਤਾਰ ਦੀ ਜੋ ਆਗਿਆ ਹੈ, ਗੁਰਬਾਣੀ ਅੰਦਰ ਦਰਸਾਏ ਤਤ ਹੁਕਮ ਦੇ ਸਰੂਪ ਵਿੱਚ, ਉਸ ਨੂੰ ਮੰਨ ਕੇ ਵਾਹਿਗੁਰੂ ਦੀ ਸੱਚੀ ਭਗਤੀ ਹੁੰਦੀ ਹੈ। ਗੁਰਮਤਿ ਮਤ ਦਾ ਤਤ ਹੁਕਮ, ਹੁਕਮਾਂ ਸਿਰ ਹੁਕਮ ਹੈ ਗੁਰ ਮੰਤਰ ਦਾ ਜਾਪ, ਜੋ ਜਗਿਆਸੂ ਜਨ ਨੂੰ ਅੰਮ੍ਰਿਤ ਛਕਣ ਸਮੇਂ 5 ਪਿਆਰਿਆਂ ਤੋਂ ਪ੍ਰਾਪਤ ਹੁੰਦਾ ਹੈ। ਸਾਰੀ ਗੁਰਬਾਣੀ ਅੰਦਰ ਜਿਸ ਦੀ ਕਮਾਈ ਕਰਨ ਦੀ ਤਾਕੀਦ ਫਰਮਾਈ ਗਈ ਹੈ, ਉਸ ਗੁਰਮੰਤਰ ਨੂੰ ਜੋ ਗੁਰ ਦੀਖਿਆ ਦੁਆਰਾ ਪ੍ਰਾਪਤ ਹੋਇਆ, ਪੂਰਨ ਆਗਿਆ ਅਨੁਕੂਲ ਜੋ ਉਸ ਨੂੰ ਗੁਰ ਦੀਖਿਆ ਸਮੇਂ ਮਿਲੀ ਹੈ, ਪੂਰਨ ਤੌਰ ਤੇ ਕਮਾਉਂਦਾ ਹੈ। ਗੁਰਬਾਣੀ ਅੰਦਰ ਦ੍ਰਿੜਾਏ ਸਾਰੇ ਹੁਕਮਾਂ ਨੂੰ ਇੱਕ ਇੱਕ ਕਰਕੇ ਮੰਨਦਾ ਹੈ, ਉਸ ਨੂੰ ਤਤ ਭਗਤੀ ਪ੍ਰਾਪਤ ਹੁੰਦੀ ਹੈ। ਉਸ ਦੀ ਕੀਤੀ ਕਮਾਈ ਨਾਮ ਅਭਿਆਸ ਕਮਾਈ ਲੇਖੇ ਪੈਂਦੀ ਹੈ। ਇਹ ਤਤ ਆਚਾਰ, ਇਹੀ ਤਤ ਵਿਵਹਾਰ ਕਰਮਾਂ ਸਿਰ ਸੱਚਾ ਕਰਮ ਹੈ। ਬਸ ਨਾਮ ਅਭਿਆਸ ਕਮਾਈ ਰੂਪੀ ਸੱਚੀ ਕਰਨੀ ਹੀ ਭਗਤ ਜਨਾਂ ਗੁਰਮੁਖਾਂ ਦੀ ਪ੍ਰਧਾਨ ਕਰਮ ਕਮਾਈ ਹੈ। ਕਹੋ ਨਾਨਕ ਕੌਣ ਉਹ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ। ਆਸਾ ਮਹੱਲਾ ਪੰਜਵਾਂ। ਭਾਵ ਉਸ ਗੁਰਮੁਖ ਜਨ ਦੇ ਲਈ ਹੋਰ ਕਿਹੜਾ ਕਰਮ ਕਰਨਾ ਬਾਕੀ ਰਹਿ ਗਿਆ ਹੈ, ਜਿਸ ਦੇ ਹਿਰਦੇ ਅੰਦਰ ਗੁਰਮਤ ਨਾਮ ਆ ਵਸਿਆ, ਜੋ ਅਨਦਿਨ ਗੁਰਮਤ ਨਾਮ ਅਭਿਆਸ ਦੀ ਕਮਾਈ ਰੂਪੀ ਕਰਮ ਨੂੰ ਕਰਮਨ ਸਿਰ ਕਰਮ ਨੂੰ ਕਰਦਾ ਕਮਾਉਂਦਾ ਹੈ, ਜਿਸ ਦੇ ਕਰਨ ਮਗਰੋਂ ਹੋਰ ਕੋਈ ਵੀ ਕਰਮ ਧਰਮ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਕਰਮ ਧਰਮ ਅਨੇਕ ਕਿਰਿਆ, ਸਭ ਉਪਰ ਨਾਮ ਆਚਾਰ। ਆਸਾ ਮਹੱਲਾ ਪੰਜਵਾਂ। ਨਾਮ ਦੀ ਕਮਾਈ ਰੂਪੀ ਆਚਾਰ ਕਰਮ ਆਨਮਤ ਅਨੇਕ ਕਿਰਿਆ ਕਰਨੀ ਵਾਲੇ ਕਰਮਾਂ ਧਰਮਾਂ ਤੋਂ ਉੱਪਰ ਦੀ ਪ੍ਰਧਾਨ ਕਰਮ ਹੈ। ਪੌੜੀ। ਆਰਾਧਿਓ ਸੱਚਾ ਸੋਏ, ਸਭ ਕਿਛ ਜਿਸ ਪਾਸ, ਦੁਹਾਂ ਸਿਰਿਆਂ ਖਸਮ ਆਪ, ਖਿਨ ਮੈਂ ਕਰੇ ਰਾਸ, ਤਿਆਗੋ ਸਗਲ ਉਪਾਵ, ਤਿਸ ਕੀ ਓਟ ਗਉ,
ਪਉ ਸ਼ਰਨਾਈ ਭਜ, ਸੁਖੀ ਹੂੰ ਸੁਖ ਲਓ, ਕਰਮ ਧਰਮ ਤਤ ਗਿਆਨ, ਸੰਤਾਂ ਸੰਗ ਹੋਏ, ਜਪਿਐ ਅੰਮ੍ਰਿਤ ਨਾਮ, ਬਿਘਨ ਨ ਲੱਗੈ ਕੋਏ, ਜਿਸਨੂੰ ਆਪ ਦਇਆਲ, ਤਿਸ ਮਨ ਵੁਠਿਆ, ਪਾਈਨ ਸਭ ਨਿਧਾਨ, ਸਾਹਿਬ ਤੁਠਿਆ। ਗੁਜਰੀ ਕੀ ਵਾਰ ਮਹੱਲਾ ਪੰਜਵਾਂ। ਵਿਆਖਿਆ। ਪ੍ਰਧਾਨ ਕਰਮ ਸੋ ਹੈ ਜਿਸ ਦੇ ਕਰਨ ਵਿੱਚ ਸਭ ਕਰਮ ਧਰਮ ਆ ਜਾਣ, ਹੋਰ ਕਰਮ ਧਰਮ ਕਰਨ ਦੀ ਲੋੜ ਨਾ ਰਹੇ। ਇਹ ਕੇਵਲ ਨਾਮ ਆਰਾਧਨ ਰੂਪੀ ਕਰਮ ਹੀ ਹੈ ਜਿਸ ਦੇ ਉੱਪਰ ਹੋਰ ਕੋਈ ਕਰਮ ਧਰਮ ਨਹੀਂ। ਤਾਂ ਤੇ ਇਸ ਗੁਰਵਾਕ ਦੁਆਰਾ ਵੀ ਇਹੀ ਉਪਦੇਸ਼ ਦ੍ਰਿੜ ਹੁੰਦਾ ਹੈ ਕਿ ਸੱਚੇ ਵਾਹਿਗੁਰੂ ਨੂੰ ਹੀ ਆਰਾਧਨਾ ਸਭ ਤੋਂ ਉੱਤਮ ਕਰਮ ਹੈ। ਵਾਹਿਗੁਰੂ ਦੇ ਹੀ ਹੱਥ ਵੱਸ ਸਭ ਕੁਝ ਹੈ, ਤਾਂ ਤੇ ਐਸੇ ਵਾਹਿਗੁਰੂ ਦਾ ਆਰਾਧਨਾ ਹੀ ਮੁੱਖ ਪ੍ਰਧਾਨ ਕਰਮ ਹੈ, ਜਿਸ ਦੇ ਆਰਾਧਿਆਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਸਭ ਕੁਝ ਵਾਹਿਗੁਰੂ ਦੇ ਹੀ ਹੱਥ ਹੈ। ਅਰਥ ਪਰਮਾਰਥ ਲੋਕ ਪਰਲੋਕ ਦੋਹਾਂ ਸਿਰਿਆਂ ਦਾ ਖਸਮ ਆਪ ਵਾਹਿਗੁਰੂ ਹੀ ਹੈ। ਤਾਂ ਤੇ ਵਾਹਿਗੁਰੂ ਨੂੰ ਆਰਾਧਣ ਹਾਰੇ ਜੋ ਜੋ ਚਿਤਵਨੀ ਸੁਤੇ ਸੁਭਾਵ ਹੀ, ਸੁਤੇ ਸੰਕਲਪਤ ਹੀ ਚਿਤਵਦੇ ਹਨ, ਉਸ ਚਿਤਵਨੀ ਨੂੰ ਸੱਚਾ ਸਮਰੱਥ ਵਾਹਿਗੁਰੂ ਖਿਨ ਵਿੱਚ ਦੀ ਰਾਸ ਕਰ ਦਿੰਦਾ ਹੈ। ਚਿਤਵਨਹਾਰ ਦੀ ਸਹਿਜ ਸੁਭਾਵਕ ਚਿਤਵਨੀਆਂ ਨੂੰ ਵੀ ਪੂਰਨ ਕਰ ਦਿੰਦਾ ਹੈ। ਦੋਹਾਂ ਸਿਰਿਆਂ ਦਾ ਖਸਮ ਜੋ ਹੋਇਆ, ਐਸੇ ਸਮਰੱਥ ਵਾਹਿਗੁਰੂ ਦੇ ਆਰਾਧਣ ਹਾਰੇ ਵੀ ਆਰਾਧ ਕੇ ਵਾਹਿਗੁਰੂ ਨਾਲ ਹੀ ਤਦ ਰੂਪ ਹੋਏ ਹੁੰਦੇ ਹਨ। ਤਾਂ ਤੇ ਤਿਨਾਂ ਵਾਹਿਗੁਰੂ ਨਾਮ ਆਰਾਧਣ ਹਾਰਿਆਂ ਦੇ ਸਭ ਕਾਰਜ ਹੀ ਸਿੱਧ ਹੋ ਜਾਂਦੇ ਹਨ। ਉਹਨਾਂ ਨੇ ਹੋਰ ਸਗਲ ਉਪਾਵ ਤਿਆਗ ਕੇ ਇੱਕੇ ਵਾਹਿਗੁਰੂ ਦੀ ਹੀ ਓਟ ਲਈ ਹੋਈ ਹੁੰਦੀ ਹੈ। ਐਸੇ ਵਾਹਿਗੁਰੂ ਦੀ ਸ਼ਰਨ ਨੂੰ ਜੋ ਜਨ ਧਾਇ ਕੈ ਆਏ ਗਹਿੰਦੇ ਹਨ, ਚਾਹੇ ਉਹ ਕਿਤਨੇ ਵੀ ਦੁਖੀਏ ਹੋਣ, ਉਹ ਪਰਮ ਸੁਖੀਏ ਹੋ ਜਾਂਦੇ ਹਨ। ਉਹਨਾਂ ਨੂੰ ਸਭ ਤੋਂ ਵੱਡਾ ਸੁੱਖ ਸੁੱਤੇ ਸਿੱਧ ਹੀ ਮਿਲ ਜਾਂਦਾ ਹੈ। ਸਮੂਹ ਕਰਮਾਂ ਧਰਮਾਂ ਉੱਪਰ ਸੱਚੜੇ ਗੁਰਮਤਿ ਕਰਮ ਦਾ ਤਤ ਗਿਆਨ ਗੁਰੂ ਘਰ ਦੇ ਗੁਰਮੁਖ ਸੰਤਾਂ ਦੀ ਸੰਗਤ ਤੋਂ ਹੀ ਹੋ ਸਕਦਾ ਹੈ। ਇਸ ਅਪਰੰਪਰ ਕਰਮ ਦੇ ਕੀਤਿਆਂ, ਆਰਾਧਨ ਰੂਪੀ ਕਰਮ ਦੇ ਕੀਤਿਆਂ, ਭਾਵ ਅੰਮ੍ਰਿਤ ਨਾਮ ਨੂੰ ਜਪਿਆਂ ਕੋਈ ਵੀ ਬਿਘਨ ਨਹੀਂ ਲੱਗਦਾ। ਜਿਸ ਜਨ ਉੱਪਰ ਨਦਰੀ ਨਦਰ ਨਿਹਾਲ ਵਾਹਿਗੁਰੂ ਦੀ ਖਾਸ ਨਦਰ ਮੇਰ ਦਇਆ ਮਇਆ ਹੋਵੇ, ਤਿਸ ਦੇ ਮਨ ਅੰਦਰ ਉਹ ਆਪ ਆਏ ਉੱਠਦਾ ਹੈ। ਪਰ ਉੱਠਦਾ ਹੈ ਨਾਮ ਆਰਾਧਨ ਜਪਣ ਸਿਮਰਨ ਰੂਪੀ ਗੁਰਮਤਿ ਪ੍ਰਧਾਨ ਕਰਮ ਦੇ ਕੀਤਿਆਂ। ਇਸ ਪ੍ਰਧਾਨ ਕਰਮ ਦੇ ਕਾਰਨ ਕਰਕੇ ਹੀ ਉਸ ਵਾਹਿਗੁਰੂ ਦੀ ਨਦਰ ਮਿਹਰ ਹੁੰਦੀ ਹੈ। ਕਰਮਾਂ ਦਾ ਸਦਕਾ ਹੀ ਨਦਰ ਮਿਹਰ ਦਾ ਹੋਮਣਾ ਹੋਇਆ ਆਉਂਦਾ ਹੈ। ਸੱਚੇ ਸਾਹਿਬ ਦੇ ਇਸ ਬਿਧ ਤੁੱਠਣ ਕਰਕੇ, ਸੱਚੇ ਮਾਲਕ ਦੇ ਇਉਂ ਮਿਹਰਵਾਨ ਹੋਣ ਕਰਕੇ ਸਰਬ ਨਿਧਾਨ ਸੁਤੇ ਸਿੱਧ ਹੀ ਪਾਏ ਲਈਦੇ ਹਨ। ਐਸੀ ਹੈ ਬਰਕਤ ਗੁਰਮੁਖ ਪ੍ਰਧਾਨ ਕਰਮ ਦੇ ਕਮਾਉਣ ਦੀ। ਉਸ ਦੀਆਂ ਜਪ ਤਪ ਅਨੇਕ ਕਰਨੀਆਂ ਸਫਲ ਹੋ ਜਾਂਦੀਆਂ ਹਨ। ਜਾਪ ਤਾਪ ਅਨੇਕ ਕਰਨੀ, ਸਫਲ ਸਿਮਰਤ ਨਾਮ, ਕਰ ਅਨੁਗ੍ਰਹ ਆਪ ਰਾਖੇ, ਭਏ ਪੂਰਨ ਕਾਮ। ਗੁਜਰੀ ਮਹੱਲਾ ਪੰਜਵਾਂ। ਭਾਵ ਵਾਹਿਗੁਰੂ ਨਾਮ ਦਾ ਸਿਮਰਨ ਰੂਪੀ ਸਫਲ ਕਰਮ ਕੀਤਿਆਂ ਅਨੇਕਾਂ ਜਾਪ ਤਾਪ ਆਦਿਕ ਕਰਨੀਆਂ ਆ ਗਈਆਂ, ਨਹੀਂ ਤਾਂ ਆਨ ਕਰਨੀਆਂ ਕਰ ਕਰ ਮਰ ਰਹਿੰਦੇ। ਆਪ ਵਾਹਿਗੁਰੂ ਨੇ ਕਿਰਪਾ ਧਾਰ ਕੇ ਉਹਨਾਂ ਕਰਨੀਆਂ ਦੀ ਖਲਜਗਣ ਤੋਂ ਬਚਾ ਲਿਆ। ਸਾਰ ਸੁਕ੍ਰਿਤ ਕਰਨੀ ਗੁਰਮਤਿ ਨਾਮ ਰੂਪੀ ਪ੍ਰਧਾਨ ਕਰਮ ਦੀ ਕਰਨ ਕਰਕੇ ਸਾਰੇ ਕੰਮ ਪੂਰਨ ਹੋ ਗਏ। ਉਰਦ ਮੂਲ ਜਿਸ ਸਾਖ ਤਲਾਹਾ, ਚਾਰ ਬੇਦ ਜਿਤ ਲਾਗੇ, ਸਹਿਜ ਪਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ। ਗੁਜਰੀ ਅਸ਼ਪਦੀਆਂ ਮਹੱਲਾ ਪਹਿਲਾ ਘਰ ਪਹਿਲਾ। ਭਾਵਅਰਥ। ਚਾਰੇ ਬੇਦ ਵਾਲੇ ਆਨ ਫਲਸਫੇ ਬ੍ਰਹਮ ਨੂੰ ਮਾਇਆ ਜਾਲ ਵਾਲੇ ਤ੍ਰੈ ਗੁਣੀ ਬ੍ਰਹਮ ਵਖਾਣਦੇ ਹਨ। ਉਹ ਐਸਾ ਪ੍ਰਚਾਰ ਕਰਦੇ ਹਨ ਕਿ ਬ੍ਰਹਮ ਇੱਕ ਐਸਾ ਬ੍ਰਿਛ ਹੈ ਜਿਸ ਦੀ ਜੜ ਉੱਪਰ ਨੂੰ ਹੈ, ਉੱਤੇ ਵੱਲ ਨੂੰ ਹੈ ਅਤੇ ਸ਼ਾਖਾ ਟਾਹਣੀਆਂ ਹੇਠਾਂ ਨੂੰ ਹਨ। ਬ੍ਰਹਮ ਨੂੰ ਇਹ ਆਨਮਤ ਫਿਲਾਸਫੀਏ, ਜਿਨ੍ਹਾਂ ਦੀ ਫਿਲਾਸਫੀ ਚੌਹਾਂ ਬੇਦਾਂ ਤੋਂ ਉਤਪੰਨ ਹੋਈ ਹੈ, ਬ੍ਰਹਮ ਨੂੰ ਇੱਕ ਸਿਰ ਤਲਵਾਇਆ ਬਿਰਛ ਗਰਦਾਨਦੇ ਹਨ। ਤ੍ਰੈਗੁਣੀ ਬ੍ਰਹਮ ਦਾ ਹੀ ਵਿਸਥਾਰ ਕਰਦੇ ਹਨ। ਚੌਹਾਂ ਬੇਦਾਂ ਨੂੰ ਤ੍ਰੈ ਗੁਣਾ ਤੋਂ ਉਪਰੰਤ ਸੂਝ ਬੂਝ ਹੀ ਕੋਈ ਨਹੀਂ। ਤ੍ਰੈ ਗੁਣਾ ਵਾਲੇ ਬ੍ਰਹਮ ਨੂੰ ਵਿਸਥਾਰਨ ਪ੍ਰਚਾਰਨ ਵਿੱਚ ਹੀ ਚਾਰੇ ਬੇਦ ਖੱਚਤ ਹਨ। ਪਰ ਇਹਨਾਂ ਤਿਹਾਂ ਗੁਣਾਂ ਨੂੰ ਛੱਡ ਕੇ, ਡਾਲੀਆਂ ਨੂੰ ਛੱਡ ਕੇ ਗੁਰਮੁਖ ਜਨ ਤੁਰਿਆ ਗੁਣ ਸਹਿਜ ਅਵਸਥਾ ਵਿੱਚ ਹੀ ਜਾ ਖੇਡਦੇ ਹਨ। ਉਹ ਸਦਾ ਪਾਰ ਬ੍ਰਹਮ ਪਰਮੇਸ਼ਰ ਦੀ ਜਾਗਤ ਜੋਤ ਲਿਵ ਵਿੱਚ ਸਮਾਧ ਸਥਿਤ ਹੋ ਕੇ ਹੀ ਸਦਾ ਜਾਗਦੇ ਰਹਿੰਦੇ ਹਨ। ਸਿਰਜਣਹਾਰ ਕਰਤਾਰ ਨਿਰਗੁਣ ਪਾਰ ਬ੍ਰਹਮ ਜੋ ਸਭਨਾ ਦਾ ਮੂਲ ਹੈ, ਦਾ ਤਤ ਗਿਆਨ
ਕੇਵਲ ਗੁਰਮਤਿ ਗ੍ਰਹਿਣ ਕਰਨ ਵਾਲੇ ਗੁਰਮੁਖ ਜਨਾਂ ਦੇ ਰਿਦ ਅੰਤਰ ਹੀ ਪ੍ਰਕਾਸ਼ਿਤ ਹੁੰਦਾ ਹੈ। ਉਹ ਨਿਰਗੁਣ ਨਾਮ ਨੂੰ ਜਪ ਜਪ ਕੇ, ਨਿਰਗੁਣ ਨਾਮ ਦੀਆਂ ਕਮਾਈਆਂ ਕਰ ਕਰ ਅੰਤਰ ਆਤਮੇ ਨਿਰੰਕਾਰੀ ਨਿਰੰਜਨ ਜੋਤ ਨੂੰ ਜਗਾ ਲੈਂਦੇ ਹਨ। ਇਹ ਨਿਰੰਜਨੀ ਜੋਤ ਜਗਾਉਣ ਵਾਲਾ ਗੁਰਮਤਿ ਦ੍ਰਿੜਾਇਆ ਕਰਮ ਮੁੱਖ ਗੁਰਮੁਖ ਕਰਮ ਹੈ, ਜੋ ਸਭਨਾ ਆਨਮਤ ਕਰਮਾਂ ਤੋਂ ਪ੍ਰਧਾਨ ਕਰਮ ਹੈ। ਪਰੰਤੂ ਕਰਮਾਂ ਸਿਰ ਸੱਚੜਾ ਕਰਮ ਧਰਮ ਤਤ ਗਿਆਨ ਗੁਰੂ ਘਰ ਦੇ ਗੁਰਮੁਖ ਸੰਤਾਂ ਭਗਤਾਂ ਦੀ ਸੰਗਤ ਕਰਕੇ ਹੀ ਪ੍ਰਾਪਤ ਹੁੰਦਾ ਹੈ। ਸਤ ਸੰਗਤ ਵਿਖੇ ਗੁਰਮੁਖਾਂ ਸੰਤਾਂ ਭਗਤਾਂ ਦੀ ਸੰਗਤ ਵਿਖੇ ਵਾਸਾ ਰਹਿਣ ਕਰਕੇ ਅੰਮ੍ਰਿਤ ਨਾਮ ਦਾ ਜਾਪ ਅਭਿਆਸ ਸਦਾ ਕਾਇਮ ਦਾਇਮ ਰਹਿੰਦਾ ਹੈ, ਜੋਰਾਂ ਤੇ ਚੜ੍ਹਦੀ ਕਲਾ ਤੇ ਰਹਿੰਦਾ ਹੈ। ਕਦੇ ਖੜਦੀ ਕਲਾ ਜਾਂ ਢਹਿੰਦੀ ਕਲਾ ਵਿੱਚ ਨਹੀਂ ਆਉਂਦਾ, ਨਾ ਹੀ ਕੋਈ ਉਸ ਨੂੰ ਵਿਘਨ ਲੱਗਦਾ ਹੈ। ਜੋ ਚੜ੍ਹਦੀਆਂ ਕਲਾਂ ਵਿੱਚ ਗੁਰਮੁਖ ਸੰਤ ਜਨਾਂ ਦੀ ਸੰਗਤ ਵਿੱਚ ਜੁੜ ਕੇ ਗੁਰਮਤਿ ਨਾਮ ਅਭਿਆਸ ਕਮਾਈਆਂ ਕਰਦਾ ਹੈ, ਸੋਈ ਗੁਰਮੁਖ ਜਨ ਪ੍ਰਧਾਨ ਕਰਮੀਆਂ ਬਣਦਾ ਹੈ, ਜਿਸ ਦਾ ਮੁੱਖ ਪ੍ਰਧਾਨ ਕਰਮ ਸਤ ਸੰਗਤ ਰਸ ਰੰਗਾਂ ਵਿੱਚ ਨਾਮ ਜਪਣਾ ਹੈ। ਸ਼ਲੋਕ ਮਹਲਾ ਤੀਜਾ। ਜਗਤ ਅਗਿਆਨੀ ਅੰਧ ਹੈ, ਦੂਜੈ ਭਾਏ ਕਰਮ ਕਮਾਏ, ਦੂਜੈ ਭਾਏ ਜੇਤੇ ਕਰਮ ਕਰੇ, ਦੁਖ ਲੱਗੈ ਤਨ ਧਾਏ, ਗੁਰ ਪ੍ਰਸਾਦੀ ਸੁਖ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ, ਸੱਚੀ ਬਾਣੀ ਕਰਮ ਕਰੇ, ਅਨ ਦਿਨ ਨਾਮ ਧਿਆਏ, ਨਾਨਕ ਜਿਤ ਆਪੇ ਲਾਏ, ਤਿਤ ਲੱਗੇ ਕਹਿਣਾ ਕਿਛੂ ਨਾ ਜਾਏ। ਵਡਹੰਸ ਕੀ ਵਾਰ। ਵਿਆਖਿਆ। ਸਾਰਾ ਜਗਤ ਅੰਧਲਾ ਹੈ, ਅਗਿਆਨੀ ਹੈ, ਕਿਉਂਕਿ ਦੂਜੇ ਭਾਏ ਦੇ ਕਰਮ ਕਮਾਉਣ ਵਿੱਚ ਹੀ ਉਲਝਿਆ ਰਹਿੰਦਾ ਹੈ। ਦੂਜੇ ਭਾਏ ਵਾਲੇ ਜਿਤਨੇ ਵੀ ਕਰਮ ਹਨ ਸਭ ਦੁਖਦਾਈ ਹਨ। ਇਹਨਾਂ ਦੂਜੇ ਭਾਏ ਦੇ ਕਰਮ ਕਰਨ ਹਾਰਿਆਂ ਦੇ ਉਹ ਸਭ ਹੱਠ ਕਰਮ ਹਨ, ਜਿਸ ਕਰਕੇ ਤਿੰਨਾਂ ਹੱਠ ਕਰਮ ਕਰਨ ਹਾਰਿਆਂ ਨੂੰ ਸਾਰੇ ਸਰੀਰਕ ਰੋਗ ਧਾਈ ਕਰਕੇ ਆ ਚਿਮੜਦੇ ਹਨ। ਗੁਰ ਪ੍ਰਸਾਦੀ ਗੁਰ ਸ਼ਬਦ ਕਮਾਵਣ ਹਾਰਿਆਂ ਨਾਮ ਅਭਿਆਸੀਆਂ ਕੇਵਲ ਗੁਰਮਤਿ ਨਾਮ ਗੁਰਮੁਖ ਪ੍ਰਧਾਨ ਕਰਮ ਕਰਨਾਸੀਆਂ ਦੇ ਹਿਰਦੇ ਅੰਦਰ ਸੱਚਾ ਸੁਖ ਆਏ ਨਿਵਾਸ ਕਰਦਾ ਹੈ, ਜਿਸ ਦੇ ਕਾਰਨ ਉਹਨਾਂ ਦਾ ਮਨ ਵੀ ਸੁਖੀ ਅਤੇ ਤਨ ਵੀ ਸੁਖੀ ਰਹਿੰਦਾ ਹੈ। ਉਹ ਸਦਾ ਸੱਚੀ ਬਾਣੀ ਗੁਰਬਾਣੀ ਨੂੰ ਗਾਵਣ ਪੜ੍ਹਨ ਸੁਣਨ ਰੂਪੀ ਸੱਚੇ ਕਰਮ ਹੀ ਕਰਦੇ ਰਹਿੰਦੇ ਹਨ ਅਤੇ ਦਿਨੇ ਰਾਤ ਸਵਾਸ ਸਵਾਸ ਨਾਮ ਨੂੰ ਹੀ ਧਿਆਉਂਦੇ ਰਹਿੰਦੇ ਹਨ। ਨਾਮ ਧਿਆਉਣ ਗੁਰਬਾਣੀ ਕਰਮ ਕਮਾਉਣ ਦੀ ਬਰਕਤ ਨਾਲ ਤਿਨਾਂ ਨੂੰ ਕੋਈ ਦੁੱਖ ਨਹੀਂ ਪਹੁੰਚਦਾ, ਸਦਾ ਸੁਖ ਆਨੰਦ ਵਿੱਚ ਹੀ ਵਿਗਾਸੇ ਸਰਸੇ ਰਹਿੰਦੇ ਹਨ। ਹੋਰਤ ਕਰਮ ਕਮਾਉਣ ਹਾਰੇ ਸਦਾ ਦੁਖੀ ਸੜੇ ਬੁੱਝੇ ਅਤੇ ਕ੍ਰਿੱਝੇ ਹੀ ਰਹਿੰਦੇ ਹਨ। ਐਸੀ ਹੈ ਵਡਿਆਈ ਗੁਰਮਤਿ ਨਾਮ ਦੇ ਪ੍ਰਧਾਨ ਕਰਮ ਅਭਿਆਸ ਦੀ। ਵਾਹਿਗੁਰੂ ਦੀ ਮਿਹਰਮਤ ਨਾਲ ਹੀ ਗੁਰੂ ਦੇ ਗੁਰਸਿੱਖ ਇਸ ਪ੍ਰਧਾਨ ਗੁਰਮੁਖ ਕਰਮ ਨੂੰ ਕਰਨ ਲਈ ਤਤਪਰ ਹੁੰਦੇ ਹਨ। ਸੋਰਠ ਮਹਲਾ ਚੌਥਾ। ਦੁਤੁਕੇ। ਅਨਿਕ ਜਨਮ ਵਿਛੁੜੇ ਦੁਖ ਪਾਇਆ, ਮਨਮੁਖ ਕਰਮ ਕਰੈ ਅਹੰਕਾਰੀ, ਸਾਧੂ ਪਰਸਤ ਹੀ ਪ੍ਰਭ ਪਾਇਆ, ਗੋਬਿੰਦ ਸ਼ਰਨ ਤੁਮਹਾਰੀ। ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ, ਜਬ ਸਤ ਸੰਗ ਭਏ ਸਾਧੂ ਜਨ, ਹਿਰਦੈ ਮਿਲਿਆ ਸ਼ਾਂਤ ਮੁਰਾਰੀ। ਰਹਾਓ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ, ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੀ। ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ, ਆਤਮ ਬ੍ਰਹਮ ਚੀਨ ਸੁਖ ਪਾਇਆ, ਸਤ ਸੰਗਤ ਪੁਰਖ ਤੁਮਹਾਰੀ। ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ, ਜਿਨ ਕੋ ਕਿਰਪਾ ਭਈ ਤੁਮਹਾਰੀ, ਨਾਨਕ ਅਤੁਲ ਸਹਿਜ ਸੁਖ ਪਾਇਆ, ਅਨ ਦਿਨ ਜਾਗਤ ਰਹਿ ਬਨਵਾਰੀ। ਵਿਆਖਿਆ। ਗੁਰਮਤਿ ਤੋਂ ਕੁੱਥੇ ਹੋਏ ਮਨਮੁਖ ਲੋਕ ਜੋ ਕਰਮ ਕਰਦੇ ਹਨ ਅਹੰਕਾਰ ਮਾਨ ਮੱਤੇ ਹੋਏ ਹੀ ਕਰਦੇ ਹਨ, ਤਾਂ ਤੇ ਇਹ ਅਹੰਕਾਰ ਮਤਸਰੀ ਕਰਮ ਕਦੇ ਥਾਂ ਨਹੀਂ ਪੈਂਦੇ, ਸਗੋਂ ਅਨੇਕ ਜਨਮ ਜੋਨੀਆਂ ਵਿੱਚ ਭਰਮਾਉਂਦੇ ਹਨ ਕਰਮ ਕਰਨ ਹਾਰਿਆਂ ਨੂੰ। ਅਨੇਕ ਜਨਮਾਂ ਦੇ ਵਿਛੜਿਆਂ ਨੂੰ ਸਦਾ ਦੁੱਖ ਹੀ ਦੁੱਖ ਹੈ। ਸਭ ਤੋਂ ਵਧੇਕ ਵਾਹਿਗੁਰੂ ਵਿਛੋੜੇ ਦਾ ਹੈ। ਇਹ ਵਿਥ ਵਿਛੋੜੇ ਦੀ ਕਦੇ ਮਿਲਣੀ ਨਹੀਂ ਪਾਉਂਦੀ। ਗੁਰੂ ਵਾਹਿਗੁਰੂ ਦੀ ਨੇਤ ਨਦਰੀ ਜਿਸ ਵਡਭਾਗੇ ਜਨ ਨੂੰ ਗੁਰੂ ਨਾਨਕ ਜੋਤ ਜਾਮੀਆਂ ਸਾਧੂ ਮਿਲ ਗਿਆ ਹੈ, ਤਿਸ ਨੂੰ ਐਸੇ ਗੁਰੂ ਸਾਧ ਨੂੰ ਪਰਸਦਿਆਂ ਦੀ ਵਾਹਿਗੁਰੂ ਪ੍ਰਾਪਤੀ ਦੀ ਧੀਰਕ ਵੱਜ ਗਈ ਹੈ। ਨਾਨਕ ਸਰੂਪ ਗੁਰੂ ਦੀ ਪਾਰਸ ਛੋਹ ਨਾਲ ਵਾਹਿਗੁਰੂ ਪ੍ਰਾਪਤੀ ਦਾ ਐਸਾ ਤੁਰਵਾ ਬੱਜਾ ਕਿ ਸੱਚੀ ਸ਼ਰਣਾਈ ਗੋਬਿੰਦ ਸ਼ਰਣਾਈ ਵਾਲੀ ਜ਼ਾਹਰ ਜ਼ਹੂਰ ਹਜ਼ੂਰੀ ਦਾ ਇੰਕਸ਼ਾਫ ਹੋ ਗਿਆ। ਗੁਰੂ ਨਾਨਕ ਦੇ ਹਰ ਦਰ ਵਾਰਦ ਹੋਣ ਕਰਕੇ ਗੁਰੂ ਘਰ ਦੇ ਵਰੋਸਾਇਆਂ ਹੋਇਆਂ ਦੀ ਸੰਗਤ ਪ੍ਰਾਪਤ ਹੋਈ ਤੇ ਗੁਰੂ ਦੁਆਰਿਓਂ ਗੁਰ ਦੀਖਿਆ ਮਿਲੀ। ਗੁਰ ਦੀਖਿਆ
ਗੁਰਮੰਤਰ ਦ੍ਰਿੜ ਹੋਣ ਕਰ ਗੁਰਮਤਿ ਨਾਮ ਦੀ ਅਤੁੱਟ ਕਮਾਈ ਕੀਤੀ। ਇਸ ਅਤੁੱਟ ਅਭਿਆਸ ਕਮਾਈ ਦੇ ਪ੍ਰਤਾਪ ਕਰ ਵਾਹਿਗੁਰੂ ਪ੍ਰਾਪਤੀ ਸੰਦਾ ਮੁਬਾਰਕ ਕ੍ਰਿਸ਼ਮਾਈ ਦਿਵਸ ਦੇਖਣਾ ਨਸੀਬ ਹੋਇਆ। ਨਾਮ ਜੋਤ ਰਹੱਸ ਹਿਰਦੇ ਅੰਦਰ ਪ੍ਰਫੁੱਲਿਤ ਹੋਣ ਕਰ ਜੋ ਅਭਿਆਸ ਕਮਾਈ ਦੇ ਜ਼ੋਰ ਹੋਇਆ, ਗੋਬਿੰਦ ਪ੍ਰੀਤ ਪਿਆਰ ਦਾ ਅਤ ਪਰਚ ਵੀ ਸਵਾਦ ਆਇਆ। ਗੋਬਿੰਦ ਪ੍ਰੀਤ ਅਤ ਮਿੱਠ ਰਸੀ ਅਤੇ ਪਿਆਰੀ ਹੋਏ ਪੁਕਰੀ। ਗੁਰੂ ਦੁਆਰਿਓਂ ਪੂਰਨ ਪਾਤਰ ਅਧਿਕਾਰੀ ਨੂੰ ਅੰਮ੍ਰਿਤ ਨਾਮ ਪ੍ਰਾਪਤ ਹੋਣ ਸਾਰ ਗੁਰੂ ਨਾਨਕ ਜਾਮੇਸ਼ ਦਾ ਜੋਤ ਜਲਵਨੀ ਦਰਸਾਰਾ ਜੋ ਪ੍ਰਾਪਤ ਹੋਇਆ, ਉਹ ਵਾਸਤਵੀ ਗੁਰੂ ਦੀ ਤਾਰਾ ਹੈ। ਐਸੇ ਗੁਰਜੋਤ ਜਲਵਨੀ ਦਿਵ ਗੁਰੂ ਜਾਮੇ ਨੂੰ ਪਰਸੰਸਾਰ ਹੀ ਗੁਰੂ ਦੇ ਜੋਤ ਜਲਵਨੀ ਪ੍ਰਤਿਬਿੰਬ ਵਿੱਚ ਪ੍ਰਤੱਖ ਵਾਹਿਗੁਰੂ ਦੇ ਦਰਸ਼ਨ ਹੋ ਗਏ। ਸਾਧੂ ਪਰਸਤ ਹੀ ਪ੍ਰਭ ਪਾਇਆ, ਵਾਲਾ ਬਿਸਮ ਕੌਤਕ ਇਉਂ ਵਰਤਿਆ। ਇਉਂ ਗੁਰੂ ਸਾਧ ਅਤੇ ਗੁਰੂ ਘਰ ਦੇ ਸ਼ਾਂਤੀ ਪੁੰਜ ਗੁਰੂ ਸਰੂਪ ਗੁਰਮੁਖ ਜਨਾਂ ਪੰਚ ਜਨਾਂ ਦੇ ਸਤਸੰਗ ਵਿੱਚ ਵਾਸਾ ਹੋ ਜਾਣ ਕਰ ਹਿਰਦੇ ਅੰਦਰ ਹੀ ਆਨੰਦ ਸਰੂਪੀ ਸੁਖ ਸਹਿਜ ਸ਼ਾਂਤ ਦਾ ਡਲ ਡਲ ਕਰਦਾ ਸਮੁੰਦਰ ਸ਼ਾਂਤ ਮੁਰਾਰੀ ਆਏ ਮਿਲਿਆ। ਉਹ ਜੋਤ ਸ਼ਾਂਤ ਰਸ ਭਰਪੁਰ ਲੀਣਾ ਸਰ ਸਾਗਰ ਸਰਬ ਘਟਾਂ ਹਿਰਦਿਆਂ ਅੰਦਰ ਵਿਆਪਕ ਹੈ ਅਤੇ ਦਿਨ ਰਾਤ ਗੁਪਤ ਹੀ ਵਰਤਦਾ ਹੈ, ਪਰੰਤੂ ਮਨਮੁਖ ਮੁਗਧ ਗਵਾਰ ਲੋਕਾਂ ਆਨਮਤ ਕਰਮਾਚਾਰੀਆਂ ਨੂੰ ਕਰਤੇ ਪੁਰਖ ਦੇ ਇਸ ਬਿਦ ਘਟ ਅੰਤਰ ਗੁਪਤ ਵਰਤਣ ਵਾਲੀ ਭਾਉ ਭਾਵਨੀ ਹੀ ਨਹੀਂ ਉਪਜਦੀ, ਪ੍ਰਤੀਤ ਹੀ ਨਹੀਂ ਬਜਦੀ, ਇਸ ਭੇਦ ਨੂੰ ਬੁੱਝ ਹੀ ਨਹੀਂ ਸਕਦੇ। ਸੱਚੇ ਸਤਿਗੁਰੂ ਪੁਰਖ ਦੇ ਜੋ ਜਨ ਮਨੋ ਤਨੋ ਸੱਚੇ ਸੇਵਕ ਸਚਿਆਰ ਸਿੱਖ ਬਣ ਗਏ, ਉਹਨਾਂ ਦਾ ਨਿਗੁਰਾਪਣ ਦੂਰ ਹੋ ਗਿਆ, ਉਹਨਾਂ ਦਾ ਮੂਰਖਮਤੀ ਅਗਿਆਨ ਅੰਧੇਰਾ ਮਿਟ ਗਿਆ, ਉਹਨਾਂ ਦੀ ਸੱਚੀ ਅਕੀਦਤ ਪ੍ਰਚੰਡ ਦਰਸ਼ਨਾਂ ਦੀ ਪ੍ਰਤੱਖਤਾ ਸੇਤੀ ਪਰਪੱਕ ਗੱਠ ਬੱਝਵੀਂ ਹੋ ਗਈ। ਪ੍ਰਭੂ ਪ੍ਰਕਾਸ਼ ਦਾ ਹਿਰਦੇ ਵਿਕਾਸ ਹੋ ਗਿਆ, ਜੋਤ ਚਾਨਣਾ ਹੀ ਚਾਨਣਾ ਹੋ ਗਿਆ, ਵਿਛੋੜੇ ਦਾ ਪੰਧ ਮਿਟ ਗਿਆ। ਉਹ ਫੇਰ ਇਸੇ ਪ੍ਰਤੱਖ ਦਰਸ਼ਨਾਂ ਦੇ ਸਰੂਰ ਵਿੱਚ ਹਰ ਜਸ ਕੀਰਤਨ ਗੁਣ ਗਾਉਣ ਲੱਗ ਪੈਂਦੇ ਹਨ। ਇਹ ਪ੍ਰਤੱਖ ਪੇਖ ਦਰਸ਼ਨ ਵਿੱਚ ਰਸ ਗੀਦੇ ਹੋਏ ਜੋ ਜਨ ਕੀਰਤਨ ਕਰਦੇ ਹਨ, ਉਹਨਾਂ ਦੀ ਗਹਿਣਗਤ ਕਹੀ ਕਥੀ ਨਹੀਂ ਜਾ ਸਕਦੀ। ਅਜਿਹੇ ਹਿਰਦੇ ਵਿਗਾਸੀ ਰਿੱਧ ਜੋਤ ਪ੍ਰਗਾਸੀ ਗੁਰਮੁਖ ਜਨਾਂ ਦੀ ਰਸ ਜੋਤ ਪ੍ਰਕਾਸ਼ਨੀ ਸ਼ਾਂਤ ਇੱਕ ਅਲੌਕਿਕ ਸ਼ਾਂਤ ਹੈ, ਜਿਸ ਦੀ ਤੁਲਤਾ ਕਿਸੇ ਵੀ ਗਿਣੀ ਮਿਣੀ ਤ੍ਰੈਗੁਣੀ ਸ਼ਾਂਤੀ ਨੂੰ ਨਹੀਂ ਦਿੱਤੀ ਜਾ ਸਕਦੀ। ਤਿਨਾਂ ਸ਼ਾਂਤ ਰਿੱਧ ਪ੍ਰਕਾਸ਼ਨੀ ਗੁਰਮੁਖ ਜਨਾਂ ਦੀ ਬੁੱਧੀ ਕਬੁੱਧੀ ਪਲਟ ਕੇ ਸਿੱਧੀ ਗਤੀ ਵਾਲੀ ਸੁਬੁੱਧੀ ਹੋ ਗਈ। ਤਿਨਾਂ ਦੀ ਦੁਰਮਤ ਬੁੱਧ ਸਾਰੀ ਹੀ ਨਿਵਾਰੀ ਗਈ। ਗੁਰਮਤ ਜੋਤ ਚਾਨਣੇ ਵਾਲੀ ਸੁਬੁੱਧੀ ਦਾ ਹੀ ਵਿਗਸਾਓ ਜ਼ਹੂਰ ਪਜ਼ੀਰ ਹੋ ਗਿਆ। ਇਸ ਬਿਦ ਪਰਮਾਤਮ ਜੋਤੀਸ਼ ਵਾਹਿਗੁਰੂ ਪਾਰਬ੍ਰਹਮ ਦਾ ਅੰਤਰ ਆਤਮੇ ਹੀ ਪ੍ਰਤੱਖ ਪ੍ਰਗਟਾਰਾ ਹੋਣ ਕਰ ਇੱਕ ਅਦੁੱਤੀ ਆਨੰਦ ਦਾ ਹੁਲਾਰਾ ਸਦ ਸਦਵਨੀ ਹੁਲਾਰਤਾ ਵਿੱਚ ਅੰਦਰ ਵਸ ਗਿਆ। ਐਸਾ ਗੁਰੂ ਕਰਤਾਰ ਗੁਰੂ ਨਾਨਕ ਦੇ ਦਰਬਾਰ ਦੀ ਸਤ ਸੰਗਤ ਦਾ ਜੋਤ ਪ੍ਰਭਾਵੀ ਪ੍ਰਤਾਪ ਹੈ। ਅਜਿਹੇ ਸਤਪੁਰਖ ਗੁਰਮੁਖ ਪਿਆਰੇ ਨੂੰ ਪੁਰਖਾਂ ਸਿਰ ਅਕਾਲ ਪੁਰਖ ਮਿਲਿਆ ਤਾਂ ਗੁਰੂ ਦੀ ਪ੍ਰਾਪਤੀ ਹੋਣ ਪਰ ਮਿਲਿਆ, ਐਵੇਂ ਨਹੀਂ। ਨਿਗੁਰਿਆਂ ਨੂੰ ਇਹ ਪ੍ਰਾਪਤੀ ਕਦੇ ਨਹੀਂ ਹੁੰਦੀ। ਗੁਰਮੁਖਾਂ ਸੁਧ ਕਰਮੀਆਂ ਪ੍ਰਧਾਨ ਕਰਮ ਕਰਮੀਆਂ ਉੱਤੇ ਹੀ ਇਹ ਮਿਹਰ ਨਦਰ ਨਾਜ਼ਲ ਹੁੰਦੀ ਹੈ। ਐਸੇ ਪ੍ਰਧਾਨ ਕਰਮੀਏ ਗੁਰਮੁਖ ਜਨ ਆਨ ਦਿਨ ਸੁਜਾਗ ਅਤੇ ਸਾਵਧਾਨ ਹੋ ਕੇ ਹੋਰ ਵਧੇਰੇ ਅਭਿਆਸ ਕਮਾਈਆਂ ਕਰਨ ਵਿੱਚ ਜ਼ੋਰੋ ਜ਼ੋਰ ਜੁਟ ਜਾਂਦੇ ਹਨ। ਗੁਰੂ ਨਾਨਕ ਨਦਰਾਈ ਅਤੁਲ ਸੁਖ ਦੀ ਸਹਿਜ ਅਵਸਥਾ ਵਿਖੇ ਵੀ ਸਿਮਰਨ ਕਮਾਈਆਂ ਗੁਰਮੁਖ ਪ੍ਰਧਾਨ ਕਰਮੀਆਂ ਦੀਆਂ ਹੋਈਆਂ ਹੀ ਤੁਰੀਆਂ ਜਾਂਦੀਆਂ ਹਨ, ਹੁੰਦੀਆਂ ਹਨ ਅਤਿਅੰਤ ਅਹਿਲਾਦ ਭਰੀ ਅਭਿਆਸ ਹਰਿਆਵਲ ਅੰਦਰ। ਨਾ ਹੀ ਇਸ ਸੁਖਦਾਈ ਸਿਮਰਨ ਦੀ ਕੋਈ ਥਾਂ ਹੈ, ਨਾ ਸਿਮਰਨ ਕਲਾ ਦਾ ਕੋਈ ਹੱਦ ਬੰਨਾ ਹੀ ਹੈ। ਪਰੇ ਤੋਂ ਪਰੇ ਅਪਰੰਪਰ ਬਿਸਮਾਦ ਅਹਿਲਾਦ ਹੁੰਦਾ ਚਲਿਆ ਜਾਂਦਾ ਹੈ ਅਤੇ ਪੂਰਨ ਸੁਜਾਗਤਾ ਵਿੱਚ ਹੁੰਦਾ ਹੈ। ਜਿਨ੍ਹਾਂ ਇਸ ਆਨੰਦ ਨੂੰ ਮਾਣਿਆ ਹੈ, ਉਹੀ ਇਸ ਵਿਵਸਥਾ ਦੀ ਗਹਿਣਗਤ ਨੂੰ ਜਾਣਦੇ ਹਨ। ਇਸ ਗੁਰਮੁਖ ਪ੍ਰਧਾਨ ਕਰਮ ਨਾਮ ਅਭਿਆਸਾਵੀ ਧਰਮ ਤੋਂ ਕਦੇ ਵੀ ਹਟਿਆ ਨਹੀਂ ਜਾ ਸਕਦਾ। ਅੱਕਦਾ ਨਹੀਂ, ਥੱਕਦਾ ਨਹੀਂ, ਉਕਦਾ ਨਹੀਂ, ਰੁਕਦਾ ਨਹੀਂ। ਐਸੀ ਸਹਿਜ ਮੁਖ ਮੇਵੀ ਟੇਵ ਪਈ ਹੋਈ ਹੁੰਦੀ ਹੈ ਜੋ ਸੁਤੇ ਸੁਭਾਵ ਹੀ ਹੁੰਦੀ ਰਹਿੰਦੀ ਹੈ। ਅਹੰਗ ਮੇਵੀ ਹੱਠ ਕਰਮੀਆਂ ਨੂੰ ਕੀ ਭੇਦ ਇਹਨਾਂ ਰੱਬੀ ਅਜ਼ਮੀ ਵਿਵਸਥਾਵਾਂ ਦੀ ਜੋ ਸ਼ੁੱਧ ਕਰਮੀਆਂ ਅਭਿਆਸ ਮਰਮੀਆਂ ਨੂੰ ਪ੍ਰਾਪਤ ਪ੍ਰਤੱਖ ਹੁੰਦੀਆਂ ਹਨ। ਸੋਰਠ ਮਹੱਲਾ 9ਵਾਂ।
प्राणी कौन उपाओ करै, जाते भगत राम की पावै, जम को त्रास हरै। रहाओ। कौन करम विद्या कहो कैसी, धर्म कौन फुन करई, कौन नाम गुर जाकै सिमरै, भव सागर को तरई। कल मैं एक नाम कृपा निध, जाहि जपै गत पावै, और धर्म ताकै सम नाहन, ए बिद भेद बतावै। सुख दुख रहत सदा निर्लेपी, जाको कहत गुसाई, सो तुम ही मह बसै निरंतर, नानक दर्पण न्याई। ਵਿਆਖਿਆ। ਜਮ ਦਾ ਤਰਾਸ ਹਰਨ ਵਾਲੀ ਭਗਤੀ ਦੀ ਪ੍ਰਾਪਤੀ ਲਈ ਪ੍ਰਾਣੀ ਨੂੰ ਕਿਹੜਾ ਉਪਰਾਲਾ ਕਰਨਾ ਉਚਿਤ ਹੈ? ਐਸਾ ਕਿਹੜਾ ਕਰਮ ਅਤੇ ਕਿਸ ਪ੍ਰਕਾਰ ਦੀ ਵਿਦਿਆ ਅਤੇ ਕਿਹੜਾ ਧਰਮ ਪ੍ਰਾਣੀ ਨੂੰ ਕਰਨਾ ਲੋੜੀਂਦਾ ਹੈ, ਅਤੇ ਕਿਹੜਾ ਮੁੱਖ ਨਾਮ ਹੈ ਜਿਸ ਦੇ ਸਿਮਰਨ ਕੀਤਿਆਂ ਭਉ ਸਾਗਰ ਤੋਂ ਤਰ ਜਾਈਦਾ ਹੈ? ਇਹਨਾਂ ਪਿਛਲੇ ਪ੍ਰਸ਼ਨਾਂ ਦਾ ਉੱਤਰ ਹੈ ਕਿ ਕਲਯੁਗ ਵਿਖੇ ਕਿਰਪਾ ਦਾ ਨਿਧਾਨ ਇੱਕੋ ਹੀ ਗੁਰਮਤਿ ਨਾਮ ਸੱਚ ਨਿਧਾਨ ਹੈ, ਜੋ ਕੇਵਲ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ, ਜਿਸ ਦੇ ਜਪਿਆਂ ਤਤ ਕਲਿਆਣ ਗਤ ਹੁੰਦੀ ਹੈ। ਹੋਰ ਕੋਈ ਕਰਮ ਧਰਮ ਉਸ ਗੁਰਮਤਿ ਨਾਮ ਸਿਮਰਨ ਦੇ ਤੁਲ ਨਹੀਂ। ਇਸ ਬਿਧ ਗੁਰਮਤਿ ਗਿਆਨ ਪ੍ਰਚੰਡ ਰੂਪੀ ਸੱਚੇ ਵੇਦ ਤੋਂ ਸੱਚੀ ਗਿਆਤ ਹੋਈ ਹੈ ਕਿ ਗੁਰਮਤਿ ਨਾਮ ਦੇ ਤੁਲ ਹੋਰ ਕੋਈ ਕਰਮ ਨਹੀਂ, ਨਾ ਕੋਈ ਧਰਮ ਹੈ ਜੋ ਵਾਸਤਵ ਵਿੱਚ ਕਲਿਆਣਕਾਰੀ ਹੈ। ਆਨਮਤ ਚਾਰੇ ਵੇਦਾਂ ਨੂੰ ਇਸ ਗੁਰਮਤਿ ਨਾਮ ਦੀ ਗਿਆਤ ਨਹੀਂ। ਗਿਆਤ ਹੈ ਤਾਂ ਗੁਰਬਾਣੀ ਰੂਪ ਵਿੱਚ ਦਰਸਾਏ ਗੁਰ ਗਿਆਨ ਗਮਤੀ ਸਚੜੇ ਵੇਦ ਨੂੰ ਹੀ ਗਿਆਤ ਹੈ। ਹੋਰ ਵੇਦ ਤਾਂ ਤ੍ਰੈ ਗੁਣਾਂ ਦੀ ਵਿਸਥਾਰਕ ਮਾਇਆਮਈ ਗਿਆਤ ਹੀ ਕਮਾਉਂਦੇ ਹਨ। ਇਸ ਇੱਕੋ ਇੱਕ ਨਾਮ ਦੀ ਗਿਆਤ, ਸੱਚ ਗਿਆਨ ਪ੍ਰਚੰਡ ਗਿਆਤ, ਕੇਵਲ ਵੇਦਾਂ ਸਿਰ ਤਤ ਵੇਦ ਗੁਰਮਤਿ ਦ੍ਰਿਸ਼ਟਾਏ ਵੇਦ ਨੂੰ ਹੀ ਹੈ। ਕਲਿਆਣਕਾਰਕ ਨਾਮ ਕੇਵਲ ਇੱਕੋ ਨਾਮ ਹੈ ਜੋ ਕੇਵਲ ਗੁਰ ਪ੍ਰਸਾਦ ਕਰ ਗੁਰ ਦੀਖਿਆ ਸਮੇਂ ਅਧਿਕਾਰੀ ਜਨ ਨੂੰ ਮਿਲਦਾ ਹੈ। ਗੁਰੂ ਸਰੂਪ ਪੰਜਾਂ ਪਿਆਰਿਆਂ ਦੁਆਰਾ ਇਸ ਦਾ ਭੇਦ ਕੇਵਲ ਗੁਰ ਗਿਆਨ ਪ੍ਰਸਾਦ ਗਮਤਾ ਵਿੱਚ ਹੈ। ਗੁਪਤੋ ਗੁਪਤੀ ਸੀਨਾ ਬਸੀਨਾ ਦੀਖਿਅਤ ਚਲਿਆ ਆਉਂਦਾ ਹੈ। ਜਿਹੜੇ ਚੁੰਚ ਗਿਆਨੀ ਇਉਂ ਆਖਦੇ ਹਨ ਕਿ ਭਾਵੇਂ ਕੋਈ ਨਾਮ ਜਪ ਲਵੋ ਸੋਈ ਪਰਵਾਨ ਹੈ, ਉਹ ਗਲਤ ਆਖਦੇ ਹਨ। ਇਸ ਗੁਰਵਾਕ ਦੁਆਰਾ ਇਹ ਗੱਲ ਸਪਸ਼ਟ ਹੋ ਗਈ ਕਿ ਕਲ ਮੈਂ ਏਕ ਨਾਮ, ਕੇਵਲ ਇੱਕੋ ਹੀ ਗੁਰਮਤਿ ਨਾਮ ਹੈ ਜੋ ਆਤਮ ਪਰਮਾਤਮ ਗਿਆਨ ਗਮਤਾ ਦੀ ਕੁੰਜੀ ਹੈ, ਗੁਰ ਹੈ। ਇਹੀ ਮੁੱਖ ਕੁੰਜੀ ਰੂਪੀ ਮੁਖੀ ਗੁਰ ਹੀ ਨਾਮ ਹੈ। ਹੋਰ ਸਭ ਕਿਰਤਮ ਨਾਮ ਹਨ। ਸਤ ਹੈ ਤਾਂ ਕੇਵਲ ਇੱਕੋ ਨਾਮ, ਗੁਰਮਤਿ ਨਾਮ, ਗੁਰ ਗਿਆਨ ਗਮਤੀ ਨਾਮ ਹੀ ਹੈ, ਜਿਸ ਨੂੰ ਸਪਸ਼ਟ ਸੰਭਾਖਣ ਦੀ ਆਗਿਆ ਗੁਰ ਦੀਖਿਆ ਦੇਣ ਸਮੇਂ ਗੁਰ ਦੀਖਿਆ ਦੇਣ ਹਾਰੇ ਪੰਚ ਪਰਵਾਨ ਪੰਚ ਪ੍ਰਧਾਨ ਗੁਰ ਪਿਆਰਿਆਂ ਨੂੰ ਹੀ ਹੈ, ਹੋਰ ਕਿਸੇ ਨੂੰ ਨਹੀਂ। ਨਿਸ਼ਾਨੀ ਦੇ ਤੌਰ ਤੇ ਗੁਰਮਤਿ ਨਾਮ ਨੂੰ ਸਪਸ਼ਟਾਉਣਾ, ਪ੍ਰਗਟ ਕਰਨਾ ਗੁਣਕਾਰੀ ਨਹੀਂ। ਗੁਰੂ ਨਾਨਕ ਨੌਮੇਸ਼ ਜੀ ਵੀ ਇਸ ਗੁਰਵਾਕ ਅੰਦਰ ਗੁਰਮਤਿ ਨਾਮ ਦੀ ਬੁਝਾਰਤ ਵੱਲ ਇਸ਼ਾਰਾ ਹੀ ਕਰ ਗਏ ਹਨ, ਜਿਸ ਨੂੰ ਗੁਰਦੀਖਿਅਤ ਗੁਰਮੁਖ ਅੰਮ੍ਰਿਤਧਾਰੀ ਗੁਰਸਿੱਖ ਹੀ ਸਮਝਦੇ ਹਨ। ਬਸ ਇਹੀ ਇੱਕੋ ਗੁਰਮਤਿ ਨਾਮ ਕਰਮਨ ਸਿਰ ਕਰਮ ਹੈ ਅਤੇ ਧਰਮਨ ਸਿਰ ਧਰਮ ਹੈ। ਸਾਰੀ ਗੁਰਮਤਿ ਕਰਮ ਫਿਲਾਸਫੀ ਇਸ ਇੱਕੋ ਨਾਮ ਦੀ ਕਰਮ ਕਮਾਈ ਵਿੱਚ ਹੀ ਬੁਝਾਰਤੀ ਪਈ ਹੈ। ਨਿਰਗੁਣੀ ਨਿਰੰਕਾਰ ਨਿਰੰਜਨ ਗੁਸਾਈ ਜੋ ਸਭਨਾ ਘਟਾਂ ਅੰਦਰ ਵਿਆਪਕ ਹੋ ਕੇ ਵਰਤਦਾ ਹੈ ਅਤੇ ਜੋ ਦੁੱਖ ਸੁਖ ਰਹਿਤ ਨਿਰਲੇਪਤਾ ਵਾਲੀ ਸਰਬੱਗਤਾ ਪੂਰਤ ਹੈ, ਉਹ ਕੇਵਲ ਇੱਕੋ ਇੱਕ ਗੁਰਮਤਿ ਨਾਮ ਅਭਿਆਸ ਕਮਾਈ ਕਰ ਘਟ ਅੰਤਰ ਹੀ ਗੁਪਤੋਂ ਪ੍ਰਗਟ ਹੁੰਦਾ ਹੈ। ਇਹ ਗੁਰਮਤਿ ਨਾਮ ਦਰਸ਼ਨ ਦਰਪੰਨੀ ਨਾਮ ਹੈ। ਨਿਰੰਕਾਰ ਦਾ ਦਰਸ਼ਨ ਦਰਸਾਉਣ ਹਿਤ ਇਹ ਨਾਮ ਦਰਪਣ ਦੀ ਨਿਆਈ ਹੈ। ਨਾਮੀ ਅਕਾਲ ਪੁਰਖ ਵੀ ਦਰਪਣ ਦੀ ਨਿਆਈ ਦਰਸ਼ਨ ਦਰਪਣ ਹੋ ਕੇ ਨਾਮ ਅਭਿਆਸੀ ਗੁਰਮੁਖ ਪ੍ਰਧਾਨ ਕਰਮੀਆਂ ਨੂੰ ਆਸ਼ਕਾਰ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ। ਇਹੀ ਨਾਮ ਨਿਰੰਜਨਾ ਭਵ ਸਾਗਰੋਂ ਪਾਰ ਉਤਾਰਨ ਹਾਰਾ ਹੈ। ਯਥਾ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕੈ ਪੂਤੈ ਪੁੰਨ ਹੈ, ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ। ਵਾਰ ਸੂਰਠ ਮਹਲਾ ਚੌਥਾ। ਭਾਵ ਅਰਥ, ਤਿਨਾਂ ਜਨਾਂ ਦੇ ਕੀਤੇ ਕਰਮ ਧਰਮ ਕਾਰਜ ਸਾਰੇ ਹੀ ਪਵਿੱਤਰ ਪਾਵਨ ਹੋ ਜਾਂਦੇ ਹਨ, ਜੋ ਹਰ ਛਿਨ ਸਵਾਸ ਸਵਾਸ ਗੁਰਮਤਿ ਨਾਮ ਦਾ ਅਭਿਆਸ ਕਰੀ ਹੀ ਜਾਂਦੇ ਹਨ। ਇਹ ਸਵਾਸ ਗਿਰਾਸੀ ਨਾਮ ਜਪਣ ਦੀ ਜੁਗਤੀ
ਤਿਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗਾਂ ਵਿੱਚ ਗੁਰੂ ਦੇ ਸਿੱਖ ਬਣਨਾ ਲਿਖਿਆ ਹੋਇਆ ਹੈ ਅਤੇ ਗੁਰੂ ਦੇ ਸਿੱਖ ਬਣ ਕੇ ਗੁਰੂ ਸਤਿਗੁਰੂ ਸੱਚੇ ਗੁਰੂ ਨਾਨਕ ਪਾਸੋਂ ਗੁਰ ਦੀਖਿਆ ਲਈ ਹੈ। ਗੁਰੂ ਸਰੂਪ ਪੰਜ ਪਿਆਰਿਆਂ ਦੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸ਼ਰਨਾਗਤ ਜਾ ਕੇ ਜੋ ਗੁਰ ਦੀਖਿਆ ਲੈਂਦੇ ਹਨ, ਤਿਨਾਂ ਨੂੰ ਹੀ ਗੁਰਮਤਿ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤਿਨਾਂ ਦਾ ਇੱਕੋ ਗੁਰਮਤਿ ਨਾਮ ਦਾ ਅਭਿਆਸ ਰੂਪੀ ਕਰਮ ਉਸ ਅਭਿਆਸੀ ਜਨ ਦੇ ਸਰਬੱਤਰ ਕਰਮਾਂ ਨੂੰ ਪਵਿੱਤਰ ਪਾਵਨ ਕਰ ਦਿੰਦਾ ਹੈ। ਸੱਚੇ ਕਰਮ ਗਿਆਨੀ ਗੁਰ ਗਿਆਨ ਗਮਤੀ ਕਰਮਾਚਾਰੀ ਨਾਮ ਅਭਿਆਸਾਕਾਰੀ ਦੇ ਕਮਾਤੇ ਜਿਹੜੇ ਵੀ ਕਰਮ ਧਰਮ ਹੈਨ, ਸਭ ਗੁਰਮਤਿ ਨਾਮ ਪ੍ਰਾਇਣੀ ਹੀ ਹਨ। ਕੋਈ ਵਿਪਰਜੇ ਕਰਮ ਧਰਮ ਤਿਨਾਂ ਤੋਂ ਹੁੰਦਾ ਹੀ ਨਹੀਂ। ਨਾਮ ਮੁਨਾਰੇ ਦੇ ਗੁਰ ਗਿਆਨ ਪ੍ਰਚੰਡਣੇ ਚਾਨਣ ਵਿੱਚ ਹੀ ਉਸ ਤੋਂ ਸ੍ਰੇਸ਼ਟ ਕਰਮ ਧਰਮ ਕਾਰਜ ਹੁੰਦੇ ਹਨ, ਜਿਸ ਕਰਕੇ ਪਰਮ ਪਵਿੱਤਰਤਾ ਵਾਲੀ ਲਾਈਟ ਰੋਸ਼ਨੀ ਹੀ ਤਿਨਾਂ ਅੰਦਰ ਲਸ-ਲਸ ਕਰਦੀ ਹੈ, ਨੁਕਤੇ ਨੁਕਤੇ ਵਿੱਚੋਂ ਉਭਰਦੀ ਹੈ। ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਕੈ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੈ ਪੂਰਨ ਕਾਮ। ਧਨਾਸਰੀ ਮਹਲਾ ਪੰਜਵਾਂ। ਵਿਆਖਿਆ। ਗੁਰਮਤਿ ਨਾਮ ਅਭਿਆਸ ਰੂਪੀ ਮੁੱਖ ਪ੍ਰਧਾਨ ਕਰਮ ਤਿਨਾਂ ਖਾਸ ਖਾਲਸੇ ਗੁਰਮੁਖ ਜਨਾਂ ਨੂੰ ਹੀ ਮਿਲਦਾ ਹੈ, ਜਿਨ੍ਹਾਂ ਦੇ ਮਸਤਕ ਵਿਖੇ ਧੁਰੋਂ ਹੀ ਇਹ ਲਿਖਤ ਲਿਲਾਟੀ ਕਰਮ ਉਕਰਿਆ ਹੋਇਆ ਹੁੰਦਾ ਹੈ। ਤਿਨਾਂ ਗੁਰਮੁਖ ਪ੍ਰਸਾਦ ਕਰਮੀ ਪ੍ਰਵਾਨ ਪਏ ਹੋਏ ਪੁੱਗ ਚੁੱਕੇ ਨਾਮ ਅਭਿਆਸੀ ਜਨਾਂ ਦੇ ਸਰਬ ਮਨੋਰਥ ਰਾਜ ਸੁਖ ਰਸ ਨਾਮ ਅਭਿਆਸ ਦੀ ਖੁਸ਼ੀ ਖੁਮਾਰੀ ਵਿਗਾਸ ਉਤਰਾਓ ਵਿੱਚ ਹੀ ਸਫੁੱਟ ਹੋ ਕੇ ਪੈਂਦੇ ਹਨ। ਨਾਮ ਵਿਗਾਸੀਆਂ ਨੂੰ ਕੀਰਤਨ ਵਿੱਚ ਉਹਨਾਂ ਦੀਆਂ ਸਾਰੀਆਂ ਆਤਮ ਖੁਮਾਰੀ ਵਾਲੀਆਂ ਖੁਸ਼ੀਆਂ ਡੁੱਲ ਡੁੱਲ ਪੈਂਦੀਆਂ ਹਨ। ਨਾਮ ਰੰਗਾਂ ਵਿੱਚ ਤਿਨਾਂ ਦਾ ਕੀਰਤਨ ਕੀਤਾ, ਕੀਰਤਨ ਰੰਗਾਂ ਵਿੱਚ ਤਿਨਾਂ ਦਾ ਨਾਮ ਜਪਿਆ ਇੱਕ ਤਿਲਸਮੀ ਕਰਾਮਾਤ ਹੀ ਰੱਖਦਾ ਹੈ, ਇੱਕ ਪਾਰਸ ਕ੍ਰਿਸ਼ਮੀ ਮੁਅੱਜ਼ਾ ਹੀ ਦਰਸਾਉਂਦਾ ਹੈ। ਇਸ ਮੋਜਜ਼ਾਣੀ ਪਾਰਸ ਤਿਲਸਮਣੀ ਅਭਿਆਸ ਕਰਮ ਦੀ ਪ੍ਰਧਾਨਤਾ ਵਿੱਚ ਉਸ ਦੇ ਸਰਬ ਸਮੁੱਚੇ ਕਰਮ ਧਰਮ ਸਫਲ ਸੁਲੱਖਣੇ ਹੋ ਜਾਂਦੇ ਹਨ ਅਤੇ ਅਗਾਧ ਸੁਪ੍ਰਸੰਨਤਾ ਅਫਰੀਨੇ ਦੇਣ ਵਾਲੇ ਹੁੰਦੇ ਹਨ, ਅਪਾਰ ਖੁਸ਼ੀਆਂ ਡਾਢੀਆਂ ਡਿਲਾਈਟਾਂ ਵਾਲੇ ਹੁੰਦੇ ਹਨ। ਮੇਰਾ ਹੀਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਜੈਤਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ। ਇਹ ਪ੍ਰਤੱਖ ਹੱਡ ਬੀਤਿਆ ਚਮਤਕਾਰਾ ਹੈ ਕਿ ਅੰਮ੍ਰਿਤ ਛਕਣ ਸਮੇਂ ਜਿਨ੍ਹਾਂ ਗੁਰ ਦੀਖਿਆ ਅਧਿਕਾਰੀ ਜਨਾਂ ਦੇ ਮਸਤਕਾਂ ਤੇ ਗੁਰ ਦੀਖਿਆ ਦੇਣ ਸਮੇਂ ਅੰਮ੍ਰਿਤ ਸੰਚਾਰੇ ਛੱਟੇ ਸਿੰਚਣ ਸਮੇਂ ਗੁਰੂ ਸਰੂਪ ਪੰਜਾਂ ਪਿਆਰਿਆਂ ਦੇ ਕਰ ਕਮਲ ਸਪਰਸ਼ਤ ਹੁੰਦੇ ਹਨ, ਤਿਨਾਂ ਦੇ ਨਾਮ ਅਭਿਆਸ ਤੋਰੇ ਤੁਰ ਤੋਂ ਫੁਰਤੀ ਹੀ ਤੁਰ ਪੈਂਦੇ ਹਨ। ਉਹਨਾਂ ਦੇ ਤੋੜ ਹਿਰਦੇ ਦੀਆਂ ਡੂੰਘਾਈਆਂ ਅੰਦਰ ਗੁਰਮੰਤਰ ਗੁਰਮਤਿ ਨਾਮ ਇੱਕ ਜੋਤ ਬਿਜਲਾਣੀ ਕਲਾ ਦੁਆਰਾ ਜਾਏ ਧਸਦਾ ਰਸਦਾ ਅਤੇ ਜੋਤ ਵਿਗਸਦਾ ਹੈ। ਤਿਨਾਂ ਅਭਿਆਸੀ ਜਨਾਂ ਦਾ ਜੀਵਨ ਹੀ ਨਵ ਜਨਮਾਂ ਅੰਮ੍ਰਿਤਾ ਜੀਵਨ ਹੋ ਜਾਂਦਾ ਹੈ। ਤਿਨਾਂ ਦੇ ਜਨਮਾਂ ਜਨਮਾਂ ਦੇ ਕਮਾਤੇ ਬਿਕਟ ਪਾਪ ਦੋਖ ਰੋਗ ਕਿਲਵਿਖ ਸਭੇ ਇੱਕ ਖਿਣ ਵਿੱਚ ਲੈ ਜਾਂਦੇ ਹਨ, ਉਤਰ ਜਾਂਦੇ ਹਨ। ਤਿਨਾਂ ਦੇ ਪਾਪ ਕਰਮਾਂ ਤੋਂ ਉਪੰਨੇ ਅੱਗੇ ਨੂੰ ਭੁਗਤਣ ਵਾਲੇ ਕਰਮ ਅੰਕੂਰੀ ਕਰਜ਼ੇ ਵੀ ਸਾਰੇ ਉਤਰ ਜਾਂਦੇ ਹਨ। ਤਿਨਾਂ ਦੇ ਪੂਰਬਲੇ ਕਰਮਾਂ ਦਾ ਕੋਈ ਕਰਜ਼ਾ ਬਾਕੀ ਨਹੀਂ ਰਹਿੰਦਾ। ਐਸਾ ਹੈ ਫੈਜ਼ ਪ੍ਰਦਾਨ ਕਰਮ ਨਾਮ ਰੂਪੀ ਅਭਿਆਸ ਕਮਾਈ ਵਾਲਾ।